Thank you. Okay, so moving on to the second distinguished speaker for today. I'm really very privileged and honored again to introduce our second speaker of the day, Sardar Gurcharanjit Singh Lamba. A brief background of Mr. Lamba. He's an attorney by training, but has been an activist on Sikh issues, particularly related to the evolution of Sikh message to the glorious history of the Sikhs. He has a very deep interest in the progress of Sikhism and its tenets. He has made presentations on various aspects of Sikhism in gurdwaras, conferences, and TV channels. Many of his interesting speeches can be heard on YouTube channels. So for those of you, you can Google him and you can listen to those. He has written very insightful books, notably Sakhi Sikh Rahat Namaji Ki, Ik Khat Bhai Taru Singh De Waris De Naam, and Dastar Ki Topi. He is quite conversant with the Bani of Sri Guru Gobind Singh Sahib. He has also spoken on the controversial issues raised by Ragi Singh Sahib, Professor Darshan Singh Ji, and the Dasam Granth. He has been the editor of the pioneering magazine Sant Sipahi, which was established in 1945. He has been recognized for his work by the SGPC, who noted at some point appreciating his services to the Panth. The SGPC committee, the apex body of the Sikhs, takes pleasure in designating him as honorary envoy for propagating of Guru Nanak Dev Ji's message to humanity in accordance with the Sikh Rahat Maryada while he is on tour abroad. He has also been recognized and praised by the Akal Takht Sahib. So we have a second distinguished speaker with us. Please join me in welcoming Sardar Gurcharanjit Singh Lamba. Thank you, sir. ਤੁਹਾਡੇ through ਇਸ distinguished gathering modern technology ਨੂੰ ਵਰਤਦਿਆਂ ਹੋਇਆਂ ਜਿਹੜਾ ਤੁਸੀਂ ਮੈਨੂੰ ਮੌਕਾ ਦਿੱਤਾ ਹੈ, ਮੈਂ ਸੁਣ ਰਿਹਾ ਸੀ ਥਨੇਜਾ ਜੀ ਨੂੰ ਔਰ ਮੈਨੂੰ ਇਹ ਲੱਗ ਰਿਹਾ ਸੀ ਕਿ ਇਹ ਸ਼ਾਇਦ ਇੱਕ ਸੰਗਤ ਹੋ ਰਹੀ ਹੈ, ਜਿਵੇਂ ਇਤਨੇ ਡੀਪ ਔਰ ਗੁਰਬਾਣੀ ਦੇ ਹਵਾਲੇ ਦੇ ਕੇ ਜੋ ਕੁਝ ਉਹਨਾਂ ਨੇ ਦੱਸਿਆ ਔਰ ਦੱਸਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ, ਔਰ ਖਾਸ ਕਰਕੇ ਨਾ ਕੇਵਲ ਉਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਔਰ ਨਾਲ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਉਹ ਉਸ ਲੜੀ ਨੂੰ, ਉਸ ਕੜੀ ਨੂੰ ਜੋੜਿਆ, ਜਿਹਦੇ ਬਾਰੇ ਕਿਹਾ ਗਿਆ ਕਿ ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ, ਹਮੂ ਰਤਨ ਜੌਹਰ, ਹਮੂ ਮਾਣਕ ਅਸਤ। ਇੱਕ ਬੜਾ ਸਫਲ ਤਰੀਕੇ ਦੇ ਨਾਲ ਉਹਨਾਂ ਨੇ ਕੀਤਾ ਹੈ ਔਰ ਸਭ ਤੋਂ ਵੱਡੀ ਕਾਮਯਾਬੀ ਹੈ ਕਿ ਜਿਹੜੀ ਉਹਨਾਂ ਨੇ ਕੁਝ ਸਵਾਲ ਵੀ ਕਿਸੇ ਵੀ ਅਗਰ ਸਪੀਚ ਦਾ, ਕਿਸੇ ਬੋਲਣ ਦਾ, ਟਾਕ ਦਾ, ਅਗਰ ਉਹਦੇ ਨਾਲ ਜਾਂ ਥਾਟ ਪ੍ਰੋਵੋਕਿੰਗ ਨਾ ਹੋਏ ਤੇ ਫਿਰ ਉਹਨੂੰ ਕਾਮਯਾਬ ਨਹੀਂ ਕਿਹਾ ਜਾ ਸਕਦਾ। And I think from that angle he has been very successful from raising the thought provoking ਜਿਹੜਾ process ਹੈਗਾ ਉਸ ਨੂੰ ਉਹਨਾਂ ਨੇ ਅੱਗੇ ਕੀਤਾ ਹੈਗਾ। ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਖਸੀਅਤ ਹੈ, ਤੁਸੀਂ ਸਾਰੇ ਵਧਾਈ ਦੇ ਪਾਤਰ ਹੋ, ਅਸੀਂ ਸਾਰੇ ਵਧਾਈ ਦੇ ਪਾਤਰ ਹਾਂ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਦਿਵਸ ਜਿਹੜਾ ਹੈ ਉਹ ਸਾਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ। ਪੈਂਡੇਮਿਕ ਕਰਕੇ ਇੱਕ ਨਵੀਂ ਟੈਕਨੋਲੋਜੀ ਆਈ ਔਰ ਉਸ ਦਾ ਪੂਰਾ ਫਾਇਦਾ ਉਠਾਉਂਦਿਆਂ ਇਹ ਜਿਹੜਾ ਵੈਬੀਨਾਰ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ, ਮੇਰਾ ਖਿਆਲ ਹੈ ਕਿ ਇਹ ਵੀ ਇੱਕ ਬੜਾ ਅੱਛਾ ਹੈ ਔਰ ਕਿਉਂਕਿ ਇਹਦੇ ਨਾਲ ਜਿਹੜੀ ਚੀਜ਼ ਰਿਕਾਰਡ ਹੋ ਜਾਏਗੀ ਉਹ ਬਾਅਦ ਵਿੱਚ ਵੀ ਉਸ ਨੂੰ ਵਰਤਿਆ ਜਾ ਸਕੇਗਾ, ਪਾਸ ਆਨ ਕੀਤਾ ਜਾ ਸਕੇਗਾ ਔਰ ਘੱਟੋ ਘੱਟ ਕੁਝ ਸਾਲਾਂ ਦੇ ਬਾਅਦ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਦੇਖ ਸਕੇਗੀ ਸਾਡੀ ਅੱਜ ਦੀ ਸੋਚ ਕੀ ਸੀ। ਸੋ ਜਿਹੜੀ ਇੱਕ ਐਵੋਲੂਸ਼ਨ ਆਫ ਸਿੱਖਿਜ਼ਮ ਹੈ ਉਸ ਦੇ ਉੱਤੇ ਵੀ ਇਹ ਇੱਕ ਡਾਕੂਮੈਂਟ ਤਿਆਰ ਹੋ ਰਿਹਾ ਹੈਗਾ। ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ ਦੇ ਬਾਰੇ ਗੱਲ ਕਰਨ ਤੋਂ ਪਹਿਲੇ ਮੈਂ ਜਿਹੜੇ ਹਵਾਲੇ ਹਨ ਉਹ ਗੁਰਬਾਣੀ ਦੇ ਵੀ ਦਿਆਂਗਾ, ਕੁਝ ਸਿੱਖ ਇਤਿਹਾਸ ਵਿੱਚੋਂ ਵੀ ਦਿਆਂਗਾ ਔਰ ਉਹ ਲੜੀ ਉਹੀ ਹੈ, ਉਹਦੇ 'ਚ ਕੋਈ ਫਰਕ ਨਹੀਂ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਹੈ ਔਰ ਗੁਰੂ ਅਰਜਨ ਦੇਵ ਜੀ ਵੀ ਜਿਸ ਵੇਲੇ ਜਹਾਂਗੀਰ ਦੇ ਕੋਲ ਜਾਣਾ ਹੈ, ਜਹਾਂਗੀਰ ਨੇ ਬੁਲਾਇਆ ਹੈ, ਉਹ ਲਾਹੌਰ ਜਾ ਰਹੇ ਹਨ ਤਾਂ ਉਸ ਵੇਲੇ ਵੀ ਸਿੱਖਾਂ ਨੇ ਸਵਾਲ ਕੀਤਾ ਸੀ ਕਿ ਤੁਸੀਂ ਇੱਦਾਂ ਕਰੋ ਕਿ ਇਸ ਤਰ੍ਹਾਂ ਨਾ ਜਾਓ, ਹਾਲਾਤ ਠੀਕ ਨਹੀਂ, ਕਿਉਂਕਿ ਜਹਾਂਗੀਰ ਕਹਿ ਚੁੱਕਾ ਸੀ ਤੁਜ਼ਕੇ ਜਹਾਂਗੀਰੀ ਉਹਦੀ ਬਾਇਓਗ੍ਰਾਫੀ, ਆਟੋਬਾਇਓਗ੍ਰਾਫੀ ਵਿੱਚ ਕਿ ਹਰਮੰਦਰ ਸਾਹਿਬ ਇੱਕ ਝੂਠ ਦੀ ਦੁਕਾਨ ਹੈ, ਇੱਕ ਝੂਠ ਦੀ ਦੁਕਾਨ ਹੈ, ਦੁਕਾਨੇ ਬਾਤਲ ਹੈ ਔਰ ਮੈਂ ਹੁਕਮ ਕੀਤਾ ਹੈ
ਕਿ ਇਸ ਨੂੰ ਬੰਦ ਕਰ ਦਿੱਤਾ ਜਾਏ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਡਿਸਾਈਡ ਕਰਦੇ ਹਨ, ਨਿਰਣਾ ਕਰਦੇ ਹਨ ਕਿ ਉਹ ਲਾਹੌਰ ਜਾ ਰਹੇ ਹਨ। ਸਿੱਖਾਂ ਨੇ ਉਸ ਵੇਲੇ ਕੀ ਕਿਹਾ, ਕਿਹੜੀ ਗੱਲਬਾਤ ਹੋਈ, ਉਹ ਹਜ਼ੂਰ ਸੱਚੇ ਪਾਤਸ਼ਾਹ ਨੇ ਖੁਦ ਅੰਕਿਤ ਕੀਤਾ ਹੈ। ਪ੍ਰਥਮੇ ਮਤਾ ਕਿ ਪੱਤਰੀ ਚਲਾਵੋ, ਪਹਿਲੀ ਗੱਲ ਇਹ ਕੀਤੀ ਕਿ ਉਹ ਗੱਲਬਾਤ ਚਲਾਓ। ਦੁਤੀਏ ਮਤਾ ਦੋਇ ਮਾਨਕ ਪਹੁੰਚਾਵੋ, ਦੂਜਾ ਮਤਾ ਸੀ 2 ਬੰਦੇ ਨਾਲ ਭੇਜ ਦੋ। ਤ੍ਰਿਤੀਏ ਮਤਾ ਕਛ ਕਰੋ ਉਪਾਇਆ, ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਸਭ ਕੁਝ ਛੋੜ ਤਾਂ ਪ੍ਰਭ ਤੂੰ ਹੀ ਧਿਆਇਆ। ਹੁਣ ਉਹ ਤੁਰ ਪਏ ਹਨ। ਤੁਰੇ ਕਿਉਂ ਹਨ? ਜਿਹੜੀ ਗੱਲ ਤਨੇਜਾ ਸਾਹਿਬ ਦੱਸ ਰਹੇ ਸਨ, ਪਿਆਰ ਦੀ ਗੱਲ ਹੈ। ਪਿਆਰ ਦੀ ਗੱਲ ਪ੍ਰੋਫੈਸਰ ਪੂਰਨ ਸਿੰਘ ਬੜਾ ਸੋਹਣਾ ਲਿਖਦੇ ਆ, ਬਹੁਤ ਕਮਾਲ ਦੀ ਗੱਲ ਲਿਖਦੇ ਆ। ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ ਕਿਹਾ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨੰਗੀ ਤਲਵਾਰ ਫੜ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਸਿਰ ਦੇ ਦਿਓ, ਉਹ ਕਹਿਣ ਲੱਗੇ ਕਿ ਮੈਨੂੰ ਸਮਝ ਨਹੀਂ ਆਈ ਕਿ ਨਾਲੇ ਕਹਿ ਰਹੇ ਹਨ ਕਿ ਜੇ ਤੁਸੀਂ ਮੈਨੂੰ ਪਿਆਰ ਕਰਨਾ ਹੈ ਤੇ ਇੱਕ ਸਿਰ ਦੇ ਦਿਓ, ਨਾਲੇ ਪਿਆਰ ਦੀ ਗੱਲ, ਜਿਵੇਂ ਤਨੇਜਾ ਸਾਹਿਬ ਵੀ ਦੱਸ ਰਹੀ, ਬੜਾ ਸੋਹਣਾ ਹਵਾਲਾ ਦਿੱਤਾ, ਪ੍ਰੇਮ ਦੇ ਵਿੱਚ ਸ਼ਹਾਦਤ। ਇਹ ਕਨਸੈਪਟ ਗੁਰਮਤ ਦਾ ਬੜਾ ਕਮਾਲ ਦਾ ਹੈ। ਤਾਂ ਉਸ ਵੇਲੇ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਹਨ ਕਿ ਇੱਕ ਬੱਕਰੇ ਦੇ ਸਾਹਮਣੇ ਨੰਗੀ ਤਲਵਾਰ ਲੈ ਕੇ ਕੋਈ ਖੜਾ ਹੋ ਜਾਏ, ਫਿਰ ਉਸ ਨੂੰ ਕਹੋ ਜੀ ਕਿ ਆਪਣੀ ਸੁੱਧ ਬੁੱਧ ਕਾਇਮ ਰੱਖ ਸਕੇਗਾ, ਇਹ ਕਿੱਦਾਂ ਹੋ ਸਕਦਾ? ਹਾਊ ਇਟ ਇਜ਼ ਪੋਸੀਬਲ? ਕਹਿੰਦੇ ਸਾਡੀ ਬੁੱਧੀ ਇੱਕ ਬੱਕਰੇ ਦੀ ਨਿਆਈ ਹੈ, ਇੱਕ ਬੱਕਰੇ ਦੀ ਤਰ੍ਹਾਂ ਹੈ, ਔਰ ਉਹਨੂੰ ਕਿਹਾ ਜਾਏ ਨੰਗੀ ਤਲਵਾਰ ਫੜ ਕੇ ਜਦੋਂ ਪਿਆਰ ਕਰਦਾ ਆ ਜਾ ਸਿਰ ਦੇ ਦੇ। ਕਹਿੰਦੇ ਫਿਰ ਮੈਨੂੰ ਸਮਝ ਆਈ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਇਹੀ ਗੱਲ ਕਹੀ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਗੁਰੂ ਅਰਜਨ ਦੇਵ ਜੀ ਨੇ ਵੀ ਕਿਹਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਇਹ ਗੁਰੂ ਅਰਜਨ ਦੇਵ ਜੀ ਨੇ ਕਿਹਾ। ਬਾਬਾ ਕਬੀਰ ਜੀ ਵੀ ਕਹਿ ਰਹੇ ਹੈਗੇ ਆ, ਕਬੀਰ ਜੋ ਤੋ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ ਜੋ ਕੁਛ ਹੋਏ ਸੋ ਹੋਏ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਕਹਿ ਰਹੇ ਹੈ, ਫਰੀਦਾ ਵਾਟ ਹਮਾਰੀ ਖਰੀ ਉਡੀਣੀ, ਖਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਪਰ ਹੁਣ ਕਹਿੰਦੇ ਆ ਪ੍ਰੋਫੈਸਰ ਪੂਰਨ ਸਿੰਘ, ਮੈਨੂੰ ਸਮਝ ਆ ਗਈ ਕਿ ਜਦੋਂ ਇਸ਼ਕ ਦੇ ਵਿੱਚ, ਜਦੋਂ ਪਿਆਰ ਦੇ ਵਿੱਚ ਕਲਾਈਮੈਕਸ ਆਉਂਦਾ ਹੈ, ਇੰਤਹਾ ਹੁੰਦੀ ਹੈ, ਉਸ ਵੇਲੇ ਆਸ਼ਿਕ ਤੇ ਮਾਸ਼ੂਕ ਇੱਕੋ ਛੁਰੀ ਨਾਲ ਮਰਨ ਲਈ ਤਿਆਰ ਹੋ ਜਾਂਦੇ ਆ। ਮਾਸ਼ੂਕ ਦੀ, ਆਪਣੇ ਮਾਸ਼ੂਕ ਦੀ, ਆਪਣੇ ਆਸ਼ਿਕ ਦੀ ਫੜੀ ਹੋਈ ਨੰਗੀ ਤਲਵਾਰ, ਉਹਦੀ ਫੜੀ ਹੋਈ ਛੁਰੀ ਜਿਹੜੀ ਹੈ, ਇਹ ਪਿਆਰ ਦੀ ਇੱਕ ਇੰਤਹਾ ਹੈ, ਇੱਕ ਕਲਾਈਮੈਕਸ ਹੈ। ਇਹ ਲੈ ਕੇ ਗੁਰੂ ਅਰਜਨ ਦੇਵ ਜੀ ਵੀ ਇਕੱਲੇ ਲਾਹੌਰ ਗਏ ਸੀ, ਔਰ ਗੁਰੂ ਤੇਗ ਬਹਾਦਰ ਜੀ ਵੀ ਦਿੱਲੀ ਆਏ ਸੀ, ਔਰ ਉਹਨਾਂ ਨੇ ਆ ਕੇ ਆਪਣਾ ਸੀਸ ਦੇ ਦਿੱਤਾ। ਇਸ ਤੋਂ ਪਹਿਲੇ ਗੁਰੂ ਤੇਗ ਬਹਾਦਰ ਜੀ ਤੋਂ ਪਹਿਲੇ, ਗੁਰੂ ਅਰਜਨ ਦੇਵ ਜੀ ਤੋਂ ਪਹਿਲੇ ਇਸ ਤਰ੍ਹਾਂ ਦੀ ਸ਼ਹਾਦਤ ਦਾ ਕਨਸੈਪਟ ਹਿੰਦੁਸਤਾਨ ਵਿੱਚ ਨਹੀਂ ਸੀ। ਬਲੀ ਸੀ, ਬਲੀ ਦਿੱਤੀ ਜਾਂਦੀ ਸੀ। ਇੱਕ ਬਹੁਤ ਸੋਹਣਾ ਹਵਾਲਾ ਡਾਕਟਰ ਜੋਤ ਸਿੰਘ ਨੇ ਲਿਖਿਆ, ਇੱਕ ਹਵਾਲਾ ਸੰਸਕ੍ਰਿਤ ਦਾ ਦਿੱਤਾ ਹੈ। ਉਹ ਕਹਿੰਦੇ ਕਿ ਪੁੱਛਿਆ ਕਿ ਬਈ ਬਲੀ ਦੇ ਦਈਏ, ਕਿਹੜੇ ਜਾਨਵਰ ਦੀ ਦੇ ਦਈਏ? ਕਹਿੰਦੇ ਹਾਥੀ ਦੀ ਦੇ ਦਈਏ, ਕਹਿੰਦੇ ਦਿਮਾਗ ਖਰਾਬ ਹੈ। ਕਹਿੰਦੇ ਫਿਰ ਸ਼ੇਰ ਦੀ ਦੇ ਦਿੰਨੇ ਆ, ਕਹਿੰਦੇ ਸੁਰਤ ਠੀਕ ਹੈ ਤੇਰੀ, ਕਹਿੰਦਾ ਘੋੜੇ ਦੀ ਦੇ ਦਈਏ, ਕਹਿੰਦੇ ਫਿਰ ਕੰਮ ਕਿੱਦਾਂ ਕਰਾਂਗੇ, ਫਿਰ ਕਿਹਦੀ ਦਈਏ? ਕਹਿੰਦੇ ਕਿ ਦੇਵਤੇ ਵੀ ਨਿਰਬਲ ਦੀ ਬਲੀ ਲੈ ਕੇ ਖੁਸ਼ ਹੁੰਦੇ ਆ, ਅਜਾਸੁਤ ਦੀ ਬਲੀ ਦੇ ਦਿਓ, ਬੱਕਰੀ ਦੇ ਪੁੱਤਰ ਦੀ ਬਲੀ ਦੇ ਦਿਓ। ਇਹ ਜਿਹੜੀ ਉਸ ਵੇਲੇ ਦੀ ਪਰੰਪਰਾ ਸੀ। ਨਰ ਬਲੀ ਵੀ ਸੀ, ਕਿਸੇ ਦੂਜੇ ਨੂੰ ਫੜ ਕੇ ਉਹਦੀ ਵੀ ਬਲੀ ਦੇ ਦਿਓ, ਪਰ ਆਪਣੇ ਆਪ ਦੀ ਕੁਰਬਾਨੀ ਦੇ ਦੇਣੀ, ਇਹ ਸ਼ੁਰੂਆਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ। ਉਹਨੂੰ ਦ੍ਰਿੜ ਫਿਰ ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਕੀਤਾ ਹੈਗਾ। ਇਹ ਜਿਹੜੀ ਬਹੁਤ ਇੱਕ ਅਹਿਮ ਚੀਜ਼ ਹੈਗੀ ਹੈ, ਕਿਉਂਕਿ ਇਸ ਦੇ ਬਾਰੇ ਫਿਰ ਇੱਕ ਪੰਥਕ ਕਵੀ ਤੇਜਾ ਸਿੰਘ ਸਾਬਰ ਹੈਗੇ ਆ, ਉਹਨਾਂ ਨੇ ਬਹੁਤ ਸੁੰਦਰ ਇਸ ਨੂੰ ਖਾਕੇ ਨੂੰ ਖਿੱਚਿਆ। ਉਹ ਕਹਿੰਦੇ ਆ, ਲੜੀ ਦੇਖੋ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਔਰ ਚਾਰੋਂ ਸਾਹਿਬਜ਼ਾਦਿਆਂ ਨੂੰ ਇੱਕ ਲੜੀ ਚ ਪਰੋ ਰਹੇ ਹੈ। ਕਹਿੰਦੇ ਸੁਰਗਾਂ ਦੇ ਵਿੱਚ ਬੈਠੀਆਂ ਹੈ ਸਨ, ਇੱਕ ਜਗ੍ਹਾ ਸਰਕਾਰਾਂ ਦੋ, ਵੇਖਣ ਵਾਲੇ ਵੇਖ ਰਹੇ ਨੇ, ਬੋਤੇ ਇੱਕ ਨੁਹਾਰਾਂ ਦੋ, ਗੱਲਾਂ ਵਿੱਚੋਂ ਗੱਲ ਇਹ ਨਿਕਲੀ, ਗੱਲ ਇੱਕ ਵਿਚਾਰਾਂ ਦੋ, ਇੱਕ ਨੇ ਪੰਚਮ ਪਿਤਾ ਪਿਆਰੇ, ਇੱਕ ਉਹਨਾਂ ਦੇ ਪੋਤੇ, ਜੋ ਉਸ ਪੋਤੇ ਨੇ ਪੋਤੇ ਲੈ ਲਏ, ਦੋ ਇੱਧਰ ਤੇ ਇੱਧਰ ਤੋਂ। ਗੁਰੂ ਅਰਜਨ ਦੇਵ ਜੀ, ਉਹਨਾਂ ਦੇ ਪੋਤੇ ਗੁਰੂ ਤੇਗ ਬਹਾਦਰ ਜੀ, ਔਰ ਉਹਨਾਂ ਦੇ ਅੱਗੇ 4 ਪੋਤਰੇ, 4 ਸਾਹਿਬਜ਼ਾਦੇ। ਸੋ ਇਹ ਜਿਹੜਾ ਇੱਕ ਸਿਲਸਿਲਾ, ਪਰ ਇਹ ਸਿਲਸਿਲਾ ਜਿਹੜਾ ਹੈ ਫਿਰ ਇੱਥੇ ਆ ਕੇ ਰੁਕਿਆ ਨਹੀਂ, ਇੱਥੇ ਰੁਕਿਆ ਨਹੀਂ। ਇਸਨੇ ਫਿਰ ਇੱਕ ਲੜੀ ਸ਼ੁਰੂ ਕਰ ਦਿੱਤੀ। बहुत सुंदर किसी ने कहा, क्षमा भी कुछ कम नहीं, इश्क में परवाने से जान देता है, मगर वो तो ये सर देती है। पहले क्षमा आप सड़दी है, फिर किसी ਨੂੰ ਸੱਦਾ ਦਿੰਦੀ ਹੈ। शहादत ਦੇ ਬਾਰੇ बहुत सुंदर लिखा गया, सिर राखे सिर जात है,
ਸਿਰ ਕਾਟੇ ਸਿਰ ਸੋਹੇ, ਸਿਰ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਜਾਏਗੀ, ਇਹ ਸਿਰ ਚਲਾ ਜਾਏਗਾ। ਸਿਰ ਕਾਟੇ ਸਿਰ ਸੋਹੇ ਬਹੁਤ ਕਮਾਲ ਦਾ ਹਵਾਲਾ ਹੈ। ਜੈਸੇ ਬਾਤੀ ਦੀਪ ਕੀ ਕਟੇ ਉਜਿਆਰਾ ਹੋਏ, ਜਿਹੜੀ ਬੱਤੀ ਹੈ ਉਹਦੀ ਉੱਤੋਂ ਕੱਟ ਦਿੱਤਾ ਜਾਏ ਕੈਂਚੀ ਨਾਲ, ਫਿਰ ਉਹ ਚਾਨਣ ਦਿੰਦੀ ਹੈ। ਜਿਹੜਾ ਮੈਂ ਗੱਲ ਕਰ ਰਿਹਾ ਸੀ ਉਹ ਬਲੀ ਦੀ, ਬਹੁਤ ਸੋਹਣਾ ਹਵਾਲਾ ਉਹਦੇ ਸ਼ਲੋਕ ਹੈ, ਗਜਮ ਨੈਵਮ ਹਾਥੀ ਦੀ ਬਲੀ, ਨੈਵਮ ਬਿਲਕੁਲ ਨਹੀਂ, ਹਯਮ ਨੈਵਮ ਘੋੜੇ ਦੀ ਨਹੀਂ, ਵਿਆਗਰਮ ਨੈਵਮ ਸ਼ੇਰ ਦੀ ਬਿਲਕੁਲ ਨਹੀਂ, ਨੈਵਚਾ ਅਜਾ ਸੁਤਮ ਬਲਿਮ ਦਦਾਇਤ, ਦੇਵੋ ਦੁਰਬਲਾ ਘਾਤਕ, ਦੇਵ ਵੀ ਜਿਹੜੇ ਹਨ ਉਹ ਦੁਰਬਲ ਦੀ ਬਦੀ ਲੈ ਕੇ ਖੁਸ਼ ਹੁੰਦੇ ਹਨ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਸ਼ਹਾਦਤ ਹੋਈ ਹੈ ਇਹ ਕਿਧਰੇ ਨਹੀਂ ਹੋਈ, ਅੱਜ ਤੱਕ ਕਦੀ ਨਹੀਂ ਹੋਈ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਔਰ ਇਹ ਬਿਲਕੁਲ ਸਹੀ ਇੱਕ ਸਟੇਟਮੈਂਟ ਹੈ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਕੁਰਬਾਨੀ ਕੋਈ ਹਵਾਲਾ ਕਿਧਰੇ ਨਹੀਂ ਮਿਲਦਾ, ਕਿਧਰੇ ਵੀ ਨਹੀਂ ਮਿਲੇਗਾ। ਔਰ ਉਸ ਵੇਲੇ ਦੇ ਹਾਲਾਤ ਤੁਸੀਂ ਦੇਖੋ, ਸੰਸਾਰ ਦੇ ਹਾਲਾਤ, ਦੁਨੀਆ ਦੇ ਹਾਲਾਤ ਵੀ ਉਸ ਵੇਲੇ ਇਹ ਸੀ, ਯੂਰਪ ਦੇ ਵੀ ਇਹੀ ਸੀ ਕਿ ਕਿੰਗ ਕੈਨ ਡੂ ਨੋ ਰੋਂਗ, ਇੱਕ ਮੈਕਸਿਮ ਬਣਿਆ ਹੋਇਆ ਸੀ। ਔਰ ਭਾਰਤ ਦਾ ਇੱਕ ਮੈਕਸਿਮ ਸੀਗਾ, ਦਿੱਲੀਸ਼ਵਰੋ ਵ ਜਗਦੀਸ਼ਵਰੋ, ਜਿਹੜਾ ਦਿੱਲੀ ਦਾ ਰਾਜਾ ਹੈ ਉਹ ਤਾਂ ਭਗਵਾਨ ਹੈ, ਦਿੱਲੀਸ਼ਵਰੋ ਵ ਜਗਦੀਸ਼ਵਰੋ ਵ ਮਨੋਰਥਾਨੰ ਪੂਰਯੰਤੰ ਸਮਰਥੰ, ਉਹ ਜਿਹੜਾ ਸਾਰੀਆਂ ਤੁਹਾਡੀਆਂ ਮਨੋਕਾਮਨਾ ਪੂਰਾ ਕਰਨ ਦਾ ਇੱਕ ਸਾਧਨ ਹੈ, ਦਿੱਲੀ ਦਾ ਬਾਦਸ਼ਾਹ। ਹੁਣ ਜਿਹੜੀ ਗੱਲ ਕਹਿ ਰਹੇ ਹੈ ਕਿ ਕਰੀ ਨਾ ਕਿਨਹੂ ਆਨ, ਥੋੜੇ ਜਿਹੇ ਹਵਾਲੇ ਬੜੇ ਇੱਕ ਕੋਇਨਸੀਡੈਂਸ ਕਹਿ ਲਓ ਜਾਂ ਇੱਕ ਗੁਰੂ ਸਾਹਿਬ ਦਾ ਇੱਕ ਪ੍ਰੋਗਰਾਮ ਮਿਥਿਆ ਹੋਇਆ। ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਗੁਰਿਆਈ ਮਿਲਦੀ ਹੈ ਤਾਂ ਉਸ ਵੇਲੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਉਮਰ 9 ਸਾਲ ਦੀ ਹੈ। ਉਹ ਗੁਰੂ ਤੇਗ ਬਹਾਦਰ ਜੀ ਨੂੰ ਗੁਰਤਾ ਗੱਦੀ ਦਿੰਦੇ ਹੈ। ਔਰ ਜਦੋਂ ਗੁਰੂ ਤੇਗ ਬਹਾਦਰ ਜੀ ਗੁਰਤਾ ਗੱਦੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੰਦੇ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਉਸ ਵੇਲੇ 9 ਸਾਲ ਦੀ ਹੈ। 9 ਸਾਲ ਦੀ ਉਮਰ 'ਚ ਉਹਨਾਂ ਨੂੰ ਮਿਲਦੀ ਹੈ। ਔਰ 9 ਸਾਲ ਦੀ ਉਮਰ ਜਦੋਂ ਗੁਰੂ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਉਹ ਗੁਰਤਾ ਗੱਦੀ ਦਿੰਦੇ ਹੈ। ਔਰ ਫਿਰ ਜਦੋਂ ਖਾਲਸੇ ਦੀ ਉਮਰ 9 ਸਾਲ ਦੀ ਹੁੰਦੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੋਤੀ ਜੋਤ ਸਮਾ ਜਾਂਦੇ ਆ। ਇਹਨਾਂ ਤਿੰਨਾਂ ਦੇ ਵਿੱਚ ਇੱਕ ਘਟਨਾ ਦੇ ਵਿੱਚ ਦੇਖੋ, ਜਦੋਂ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਹੈ, ਉਹਨਾਂ ਦੇ ਜ਼ਰੂਰ ਇੱਕ ਚਿੱਤ ਵਿੱਚ ਆਇਆ, ਸਿੱਖਾਂ ਦੇ ਦਿਮਾਗ ਵਿੱਚ ਵੀ ਆਇਆ, ਸਿੱਖਾਂ ਦੀ ਚਿੰਤਾ ਵੀ ਵੱਧਦੀ ਹੋਏਗੀ ਕਿ ਕੀ ਐਸਾ ਤੇ ਨਹੀਂ ਹੋਏਗਾ ਕਿ ਇਹਦੇ ਬਾਅਦ ਇਹ ਗੁਰੂ ਘਰ, ਇਹ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਚਲਾਈ ਹੋਈ ਜਿਹੜੀ ਲੜੀ ਹੈ ਇਹ ਨਾ ਮੁੱਕ ਜਾਏ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ 9 ਸਾਲ ਦੀ ਉਮਰ ਹੈ, ਹਾਲਾਤ ਚਾਰੇ ਪਾਸੇ ਖਤਰਨਾਕ ਹੈ, ਬਾਦਸ਼ਾਹਤ ਹੈ ਜਿਹਨੂੰ ਰੱਬ ਕਰਕੇ ਮੰਨਿਆ ਜਾ ਰਿਹਾ। ਕੀ ਇਹ ਕਰਨਾ ਚਾਹੀਦਾ? ਪਰ ਨਹੀਂ, ਗੁਰੂ ਸਾਹਿਬ ਦੇ ਆਦੇਸ਼, ਉਹਨਾਂ ਦੇ ਕੁਝ ਹੋਰ ਹੀ ਸੀਗੇ। ਹੁਣ ਇੱਕ ਗੱਲ ਜਿਹੜੀ ਸ਼ਹਾਦਤ ਹੋਣੀ ਹੈ, ਇਹਦੇ 'ਚ ਇੱਕ ਚੀਜ਼ ਦੇਖਣੀ ਪਏਗੀ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦੇ ਵੇਲੇ ਬੁੱਲੇ ਸ਼ਾਹ ਨੇ ਇੱਕ ਬੜੀਆਂ ਕਮਾਲ ਦੀਆਂ ਲਾਈਨਾਂ ਉਹਨੇ ਅੰਕਿਤ ਕੀਤੀਆਂ ਹੈਗੀਆਂ। ਉਹ ਕਹਿੰਦਾ, ਕਹੋ ਗਾਫਲ ਕਹੋ ਨਮਾਜ਼ੀ ਹੋ, ਕਹੋ ਮਿੰਬਰ ਤੇ ਬੈ ਰਾਜ਼ੀ ਹੋ, ਕਹੋ ਤੇਗ ਬਹਾਦਰ ਗਾਜ਼ੀ ਹੋ, ਕਹੋ ਆਪਣਾ ਪੰਥ ਚਲਾਇਆ ਹੈ ਤੇ ਆਪ ਸਰੂਪ ਬਟਾਇਆ ਹੈ। ਹੁਣ ਤਿੰਨ ਚੀਜ਼ਾਂ ਹੁੰਦੀਆਂ, ਇੱਕ ਗਾਜ਼ੀ ਹੁੰਦਾ, ਇੱਕ ਮੂਜ਼ੀ ਹੁੰਦਾ, ਇੱਕ ਸ਼ਹੀਦ ਹੁੰਦਾ। ਬੁੱਲੇ ਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਨਹੀਂ ਲਿਖ ਰਿਹਾ, ਉਹ ਉਹਨਾਂ ਨੂੰ ਗਾਜ਼ੀ ਕਹਿ ਰਿਹਾ। ਗਾਜ਼ੀ ਹੁੰਦਾ ਜਿਹੜਾ ਮੈਦਾਨੇ ਜੰਗ ਵਿੱਚ ਜਾਂਦਾ ਔਰ ਜਿੱਤ ਕੇ ਵਾਪਸ ਆਉਂਦਾ। ਉਹ ਕਹਿੰਦਾ ਗੁਰੂ ਤੇਗ ਬਹਾਦਰ ਜੀ ਅੱਜ ਵੀ ਜ਼ਿੰਦਾ ਹੈਗੇ ਆ ਔਰ ਆਪਣਾ ਪੰਥ ਬਣਾਇਆ ਔਰ ਮਿੰਬਰ ਤੇ ਬੈਰਾਜ਼ੀ, ਉਹ ਸਿੰਘਾਸਨ ਦੇ ਉੱਤੇ ਬਿਰਾਜਮਾਨ ਹੈਗੇ ਆ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਕਹਿ ਰਹੇ ਆ, ਗੁਰੂ ਤੇਗ ਬਹਾਦਰ ਜੀ ਸਰੀਰਕ ਤੌਰ ਤੇ ਨਹੀਂ ਮੌਜੂਦ ਹੈਗੇ, ਸਰੀਰਕ ਤੌਰ ਤੇ ਨਹੀਂ ਹੈਗੇ, ਪਰ ਇੱਕ ਮਿਸਟਿਸਿਜ਼ਮ ਦੀ, ਰਹੱਸਵਾਦ ਦੀ ਇੱਕ ਸਿਖਰ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਆ, ਤੇਗ ਬਹਾਦਰ ਸਿਮਰਿਏ ਕਰ ਨੌ ਨਿਧਿ ਆਵੇ ਤਾਏ, ਸਭ ਥਾਈ ਹੋਏ ਸਹਾਏ। ਜੇ ਅੱਜ ਦੀ ਤਰੀਕ ਵਿੱਚ ਇਹ ਅਰਦਾਸ ਜਿਹੜੀ ਹਰ ਸਿੱਖ ਰੋਜ਼ ਕਰਦਾ ਹੈ, ਅਗਰ ਇਹ ਸਾਰਥਕ ਹੈ ਤੇ ਗੁਰੂ ਸਾਹਿਬ ਵੇਲੇ ਮੱਖਣ ਸ਼ਾਹ ਲੁਮਾਣੇ ਦੀ ਅਰਦਾਸ ਕਿਉਂ ਨਹੀਂ ਪੂਰੀ ਹੋਈ ਹੋਏਗੀ। ਸੋ ਇਹ ਤਾਂ ਉਹਨਾਂ ਦੀ ਬੈਕਗ੍ਰਾਉਂਡ ਸੀ ਜਿਹਦੇ ਕਰਕੇ ਹੋਇਆ। ਉਹਦੀ ਬੈਕਗ੍ਰਾਉਂਡ ਕੀ ਸੀ? ਜਿਹੜੀ ਉਸ ਵੇਲੇ ਹਕੂਮਤ ਸੀ ਉਹ ਬਿਲਕੁਲ ਕਿਸੇ ਕਿਸਮ ਦੀ ਕੋਈ ਚੀਜ਼ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸੀ, ਕੋਈ ਵਿਰੋਧ ਬਰਦਾਸ਼ਤ ਕਰਨ ਨੂੰ, ਬਲਕਿ ਜੋ ਹਾਕਮ ਸੀ ਔਰੰਗਜ਼ੇਬ ਦੇ ਬਾਰੇ, ਜਿਸਨੇ ਆਪਣੇ ਭਰਾਵਾਂ ਨੂੰ ਕਤਲ ਕਰਾਇਆ, ਬਾਪ ਨੂੰ ਕੈਦ ਕਰਾਇਆ,
ਜਿਸ ਦੇ ਬਾਰੇ ਇਤਨਾ ਕੁਝ ਸੀਗਾ, ਉਸ ਦੇ ਨਾਲ ਉਹਦੇ ਨਾਲ ਜਾ ਕੇ ਇਸ ਤਰ੍ਹਾਂ ਦੇ ਦੋ ਹੱਥ ਕਰਨੇ, ਇਹ ਕੋਈ ਮਾਮੂਲੀ ਗੱਲ ਨਹੀਂ ਸੀਗੀ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ। ਔਰ ਕਾਰਨ ਜਿਹੜਾ ਸਪਸ਼ਟ ਹੈ, ਭਾਈ ਸਾਹਿਬ ਕਹਿ ਰਹੇ ਸੀ ਕਿ ਇੱਕ ਪਪੂਲਰ ਸ਼ਾਇਦ ਇਸ ਤਰ੍ਹਾਂ ਦਾ ਹੈ ਕਿ ਬ੍ਰਾਹਮਣਾਂ ਦੇ ਕਰਕੇ ਹੋਇਆ। ਗੱਲ ਇਹ ਹੈਗੀ ਹੈ ਕਿ ਇਹਦੇ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੂਰੀ ਆਪਣੀ ਜਿਹੜੀ ਹੈ ਨਾ ਉਹ ਗਵਾਹੀ ਦਿੱਤੀ ਹੈ। ਉਹਨਾਂ ਨੇ ਸਾਰੀ ਉਹਨਾਂ ਨੇ ਲਿਖੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਇਹ ਪ੍ਰਾਇਮਰੀ ਐਵੀਡੈਂਸ ਹੈ। ਕਿਧਰੇ ਵੀ ਕਿਸੇ ਵੀ ਚੀਜ਼ ਲਈ ਆਟੋਬਾਇਓਗ੍ਰਾਫੀ ਜਿਹੜੀ ਹੈ ਉਹ ਬੜਾ ਪ੍ਰਾਇਮਰੀ ਸੋਰਸ ਹੁੰਦਾ ਹੈ। ਉਹ ਕਹਿ ਰਹੇ ਹੈ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਤੋਂ ਹੈ। ਉਹਨਾਂ ਦੇ ਤਿਲਕ ਜੰਜੂ ਆਪਣਾ ਨਹੀਂ ਹੈ, ਉਹਨਾਂ ਦੇ ਤਿਲਕ ਔਰ ਜੰਜੂ ਦੀ ਖਾਤਰ। ਹੁਣ ਉਹਨਾਂ ਦਾ ਕਿਸ ਤਰ੍ਹਾਂ 9 ਸਾਲ ਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਉਹਨਾਂ ਨੂੰ ਜਨੇਊ ਪਾਇਆ ਜਾਣਾ ਹੈ। ਤਿਆਰੀ ਹੋ ਗਈ, ਪੰਡਤ ਆ ਗਏ, ਵੇਦੀ ਗੱਡੀ ਗਈ, ਪ੍ਰਾਹੁਣੇ ਆ ਗਏ, ਗੈਸਟ ਆ ਗਏ, ਬਰਾਦਰੀ ਸਾਰੀ ਹੋ ਗਈ, ਹਰ ਚੀਜ਼ ਹੋ ਗਈ, ਮੰਤਰਾਂ ਦਾ ਉਚਾਰਨ ਸ਼ੁਰੂ ਹੋ ਗਿਆ। ਪਰ ਜਿਸ ਵੇਲੇ ਉਹ ਲੈ ਕੇ ਧਾਗਾ ਗੁਰੂ ਨਾਨਕ ਦੇਵ ਜੀ ਨੂੰ ਪਾਣ ਲੱਗੇ ਹਨ ਤਾਂ ਉਹਨਾਂ ਨੇ ਹੱਥ ਫੜ ਲਿਆ, ਉਹਨਾਂ ਨੇ ਰੋਕ ਦਿੱਤਾ। ਤਗ ਕਪਾਹੋਂ ਕੱਤੀਏ ਬਾਹਮਣ ਵੱਟੇ ਆਏ, ਕੋਈ ਬੱਕਰਾ ਨੇ ਖਾਇਆ ਸਭ ਕੋ ਆਖੇ ਪਾਏ। ਉਹਨਾਂ ਨੇ ਕਿਹਾ ਪੰਡਤ ਜੀ ਤਗ ਨ ਪੈਰੀ ਤਗ ਨ ਅੱਖੀ ਤਗ ਨ ਜੇਵਾ ਤਗ ਨ ਹੱਤੀ ਵੇ ਤੱਗਾ ਆਪੇ ਵੱਤੇ ਵੜਤਾਗੇ ਅਵਰਾ ਕੱਤੇ ਲੈ ਪਹਾੜ ਕਰੇ ਵਿਵਾਹ ਕੜਕਾਗਲ ਦਸੇਰਾ। ਤੁਹਾਡੇ ਆਪਣੇ ਪੈਰਾਂ ਤੇ ਬੰਧਨ ਨਹੀਂ, ਅਸੀਂ ਆਪਣੇ ਆਪ ਨੂੰ ਸਮਝਾਈਏ। ਇਹ ਸੁਨੇਹਾ ਸਾਨੂੰ ਵੀ ਹੈ, ਬਾਣੀ ਸਾਂਝੀ ਹੈ। ਉਹ ਕਹਿ ਰਹੇ ਆ ਪੰਡਤ ਤੇਰੇ ਆਪਣੇ ਪੈਰਾਂ ਤੇ ਬੰਧਨ ਨਹੀਂ, ਤੇਰੀਆਂ ਅੱਖਾਂ ਤੇ ਬੰਧਨ ਨਹੀਂ, ਤੇਰੀ ਜ਼ਬਾਨ ਤੇ ਬੰਧਨ ਨਹੀਂ, ਆਪ ਬਿਨਾਂ ਬੰਧਨ ਦੇ ਘੁੰਮ ਰਿਹਾ, ਮੈਨੂੰ ਤੂੰ ਬੰਧਨ ਦੇ ਰਿਹਾ। ਇਹ ਸਾਨੂੰ ਸੁਨੇਹਾ ਹੈ। ਜੇ ਹਜ਼ੂਰ ਕਹਿ ਰਹੇ ਹੈ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ, ਤੇ ਸਾਡੇ ਲਈ ਵੀ ਹੈ। ਅਗਰ ਸੱਚਾ ਨਾਮ ਨਹੀਂ ਹੈ ਫਿਰ ਕਿਰਪਾਨ ਤੇ ਪੱਗ ਦੀ ਵੀ ਉਹ ਤਿਲਕ ਔਰ ਪੱਗ ਦੀ ਗੱਲ ਹੈਗੀ ਆ, ਉਸ ਤੋਂ ਵੱਖਰੀ ਨਹੀਂ ਹੋ ਸਕਦੀ। ਹੁਣ ਹਜ਼ੂਰ ਕਹਿ ਰਹੇ ਹੈ ਜਿਹੜਾ ਉਸ ਵੇਲੇ ਦਾ ਸੀਨ ਸੀਗਾ ਉਹਨੂੰ ਬਹੁਤ ਕਮਾਲ ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਨਕਸ਼ਾ ਖਿੱਚਿਆ, ਕਮਾਲ ਦਾ ਹੈ। ਕਹਿੰਦੇ ਪਿਆਰ ਨਾਲ ਸਮਝਾਇਆ ਮੁੜ ਮੁੜ ਹਰੀ ਦਿਆਲ, ਤੇ ਪਿਓ ਨੇ ਧਮਕਾਇਆ ਕੱਢ ਕੇ ਅੱਖਾਂ ਲਾਲ। ਪਰ ਬਾਬਾ ਨਾ ਡੋਲਿਆ, ਕਾਇਮ ਰੱਖਿਆ ਚਿੱਤ, ਇਸੀ ਜੀਵਨ ਘੋਲ ਵਿੱਚ ਉਸ ਦੀ ਪਹਿਲੀ ਜਿੱਤ। ਪਰ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਹੇ ਹੈ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ। ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕਹਿਆਵਤ ਲਾਜਾ। ਅਗਲੀਆਂ ਲਾਈਨਾਂ ਸਪਸ਼ਟ ਕਰ ਦਿੰਦੇ ਹਨ ਕਿ ਕਿਹਦੇ ਹੁਕਮ ਨਾਲ ਹੋਇਆ। ਠੀਕਰ ਫੋਰ ਦਲੀਸ ਸਿਰ, ਦਲੀਸ ਕੌਣ ਹੈ? ਔਰੰਗਜ਼ੇਬ ਹੈ। ਠੀਕਰ ਫੋਰ ਆਪਣੇ ਸਰੀਰ ਦਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਦੇ ਉੱਤੇ ਪਨਿਆ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਬਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ भयो जगत को शोक, है सब जग भयो जय 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 सरलोक। इत्थे मैं दो गल्लां जरूर कहणियां चाहांगा, ऐड करनी चाहांगा। जदों गुरु तेग बहादुर जी महाराज दा जदों 300 साला शहीदी पुरब मनाया जा रहा सी 1975 ਦੇ ਵਿੱਚ, ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਰਨਲ ਆਫ ਗੁਰੂ ਨਾਨਕ ਸਟੱਡੀਜ਼ ਦੇ ਪਲੇਠੇ ਅੰਕ ਵਿੱਚ ਪਹਿਲਾ ਅੰਕ ਨਿਕਲਿਆ। ਉਹਦੇ ਵਿੱਚ ਇਹ ਡਾਊਟ ਕ੍ਰੀਏਟ ਕਰ ਦਿੱਤਾ ਗਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਧਰਮ ਦੀ ਖਾਤਰ ਨਹੀਂ ਹੋਈ। ਇਹ ਤਾਂ ਸ਼ਾਇਦ ਜਿਵੇਂ ਚੇ ਗਵਾਰਾ ਦੀ ਤਰ੍ਹਾਂ ਸੀਗਾ, ਇੱਕ ਪਪੂਲਰ ਮੂਵਮੈਂਟ ਸੀ, ਉਹਨਾਂ ਦੇ ਨਾਲ ਕੁਝ ਇਸ ਤਰ੍ਹਾਂ ਦੇ ਬੰਦੇ ਸੀ ਜਿਹਦੇ ਕਰਕੇ ਸ਼ਹਾਦਤ ਹੋਈ। ਬੜਾ ਰੌਲਾ ਪਿਆ, ਬੜਾ ਕੁਝ ਹੋਇਆ। ਬਾਅਦ ਵਿੱਚ ਬੜੀ ਚੰਗੀ ਗੱਲ ਹੈ, ਡਾਕਟਰ ਫੌਜਾ ਸਿੰਘ ਜੀ ਜਿਹੜੇ ਹਿਸਟਰੀ ਦੇ ਹੈਡ ਸਨ, ਉਹਨਾਂ ਨੇ ਉਸ ਗੱਲ ਦਾ ਗਲਤੀ ਮੰਨੀ ਔਰ ਉਹਨਾਂ ਨੇ ਦੁਬਾਰਾ ਕਿਤਾਬ ਵੀ ਲਿਖੀ। ਇਹ ਜਿਹੜੀ ਪ੍ਰਾਇਮਰੀ ਐਵੀਡੈਂਸ ਹੈ, ਅੱਜ ਫਿਰ ਇਸ ਐਵੀਡੈਂਸ ਨੂੰ ਇੱਕ ਬੜੇ ਕੁਆਰਟਰ ਵੱਲੋਂ ਇਹਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਇਹ ਜਿਹੜੀ ਪ੍ਰਾਇਮਰੀ ਐਵੀਡੈਂਸ ਖਤਮ ਹੁੰਦੀ ਹੈ, ਇਸ ਨੂੰ ਕਹਿ ਲਿਆ ਜਾਏ ਕਿ ਇਹ ਮੁੜ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੀ ਇਹ ਐਵੀਡੈਂਸ ਮਿਲਾ ਕੇ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈਗੀ ਹੈ। ਦੂਸਰੀ ਗੱਲ ਇੱਕ ਕਹੀ ਗਈ ਕਿ ਗੁਰੂ ਸਾਹਿਬ ਦੇ ਉਹਨਾਂ ਦੀਆਂ ਯਾਤਰਾਵਾਂ ਕਿਹੜੀਆਂ ਸੀ। ਮੈਂ ਬਹੁਤ ਸੰਖੇਪ ਦੇ ਵਿੱਚ ਇਸ਼ਾਰਤਨ ਹੀ ਗੱਲ ਕਰਾਂਗਾ ਕਿ ਗੁਰੂ ਸਾਹਿਬ ਦੀਆਂ ਯਾਤਰਾਵਾਂ ਦਾ ਮਕਸਦ ਕੀ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਅਗਰ ਕਿਸੇ ਨੇ ਲੰਬੀਆਂ ਯਾਤਰਾ ਕੀਤੀਆਂ ਦੇਸ਼ ਦੇ ਵੱਖ ਹਿੱਸਿਆਂ, ਗੁਰੂ ਨਾਨਕ ਦੇਵ ਜੀ ਤਾਂ ਪੱਛਮ ਵੱਲ ਵੀ ਗਏ,
ਮੁਸਲਿਮ ਮਮਾਲਕ ਵਿੱਚ ਵੀ ਗਏ, ਜੋਗੀਆਂ ਕੋਲ, ਸਿੱਧਾਂ ਕੋਲ, ਦੱਖਣ ਵਿੱਚ ਸਾਊਥ ਵਿੱਚ ਵੀ ਗਏ, ਲੰਕਾ ਤੱਕ ਵੀ ਗਏ, ਪਰ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੇ ਦੌਰੇ ਪੂਰਬ ਵੱਲ ਰਹੇ। ਔਰ ਉਹਦੇ ਵਿੱਚ ਇੱਕ ਚੀਜ਼ ਹੈ, ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ ਹਨ, ਅਸਾਮ ਤੱਕ ਗਏ ਇਧਰੋਂ ਪੂਰਬ ਵਿੱਚ, ਔਰ ਉੱਥੇ ਜਾ ਕੇ ਉਹਨਾਂ ਨੇ ਸੰਗਤਾਂ ਕਾਇਮ ਕੀਤੀਆਂ। ਛੋਟੀ ਸੰਗਤ, ਬੜੀ ਸੰਗਤ, ਮੈਣੀ ਸੰਗਤ, ਕੱਚੀ ਸੰਗਤ, ਪੱਕੀ ਸੰਗਤ, ਸਾਰੇ ਹਿੰਦੁਸਤਾਨ ਵਿੱਚ ਵੱਖ-ਵੱਖ ਇਤਿਹਾਸਕ ਸੰਗਤਾਂ ਹਨ। ਹੁਣ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਸੰਗਤਾਂ ਦੇ, ਉਹਨਾਂ ਰਸਤਿਆਂ ਦੇ ਉੱਤੇ ਦੁਬਾਰਾ ਗਏ। ਜਿਹੜੀ ਥਾਂ ਦੇ ਉੱਤੇ ਗੁਰੂ ਨਾਨਕ ਦੇਵ ਜੀ ਗਏ ਸਨ, ਉਹਨਾਂ ਥਾਵਾਂ ਦੇ ਉੱਤੇ ਜਾ ਕੇ ਗੁਰੂ ਤੇਗ ਬਹਾਦਰ ਜੀ ਨੇ ਉਹ ਜਿਹੜਾ ਰਿਸ਼ਤਾ ਸੀ ਉਹਨੂੰ ਹੋਰ ਪੀੜਾ ਕੀਤਾ, ਉਹਨੂੰ ਹੋਰ ਸੁਦ੍ਰਿੜ ਕੀਤਾ। ਇਹ ਜਿਹੜੀ ਸੀਗੀ, ਇਹ ਬਹੁਤ ਵੱਡੀ ਗੱਲ ਸੀਗੀ। ਉਹਦੇ ਬਾਅਦ ਉਹਨਾਂ ਦੀ ਸ਼ਹਾਦਤ ਦਾ ਕਾਰਨ ਕੀ ਸੀਗਾ, ਉਹ ਬੜੀ ਸਪਸ਼ਟ ਹੋ ਜਾਂਦਾ ਹੈ ਕਿ ਉਹ ਧਰਮ ਦੀ ਖਾਤਰ ਸੀ। ਧਰਮ ਸੀਗਾ। ਧਰਮ ਕੀ ਚੀਜ਼ ਹੈ ਜਿਹਨੂੰ ਗੁਰੂ ਤੇਗ ਬਹਾਦਰ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਲੀਅਰ ਕਰ ਦਿੱਤਾ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਜਿਹੜਾ ਧਰਮ ਉਹ ਹੈ, ਔਰ ਉਸ ਧਰਮ ਦੀ ਖਾਤਰ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ। ਜੇ ਬਾਬਰ ਨੇ ਹਮਲਾ ਕੀਤਾ, ਉਸ ਵੇਲੇ ਮੁਸਲਮਾਨ ਔਰਤਾਂ ਦੇ ਉੱਤੇ ਵੀ ਜ਼ੁਲਮ ਹੋਇਆ, ਕਿਉਂਕਿ ਜਿਹੜਾ ਜਾਬਰ ਹੈ, ਜਿਹੜਾ ਜ਼ੁਲਮ ਕਰਨ ਵਾਲਾ ਹੈ, ਇਨਵੇਡਰ ਹੈ, ਉਹ ਇਨਡਿਸਕ੍ਰਿਮੀਨੇਟ ਜ਼ੁਲਮ ਕਰਦਾ ਹੈ, ਉਹ ਡਿਸਕ੍ਰਿਮੀਨੇਟ ਨਹੀਂ ਕਰਦਾ ਹੈਗਾ। ਤਾਂ ਉਸ ਵੇਲੇ ਜਦੋਂ ਉਹਨੇ ਇਹ ਜ਼ੁਲਮ ਕੀਤੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਕਹਿਣਾ ਪਿਆ, ਮੁਸਲਮਾਨੀਆਂ ਪੜ੍ਹੇ ਕਤੇਬਾ, ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਉਹਨਾਂ ਨੇ ਮੁਸਲਮਾਨ ਔਰਤਾਂ ਦੇ ਹੱਕ ਵਿੱਚ ਆਵਾਜ਼ ਉਠਾਈ। ਗੁਰੂ ਤੇਗ ਬਹਾਦਰ ਜੀ ਦੇ ਕੋਲ ਜਦੋਂ ਉਹ ਕਸ਼ਮੀਰੀ ਬ੍ਰਾਹਮਣ ਆਉਂਦੇ ਹਨ ਤਾਂ ਉਹਨਾਂ ਨੂੰ ਇਹ ਸੀ ਕਿ ਇਹਨਾਂ ਦੇ ਉਹਦੇ ਉੱਤੇ ਜ਼ੁਲਮ ਹੋ ਰਿਹਾ ਹੈ, ਇਹਨਾਂ ਦੀ ਮਦਦ ਕਰਨੀ ਜ਼ਰੂਰੀ ਹੈਗੀ ਹੈ। ਜੇ ਉਹਨਾਂ ਦੀ ਥਾਵੇਂ ਅਗਰ ਕੋਈ ਦੂਸਰੇ ਵੀ ਆ ਜਾਂਦੇ ਤਾਂ ਉਹਨਾਂ ਦੀ ਵੀ ਗੁਰੂ ਸਾਹਿਬ ਨੇ ਮਦਦ ਜ਼ਰੂਰ ਕਰਨੀ ਸੀਗੀ। ਇੱਕ ਗੱਲ ਹੋਰ ਹੈ, ਬੜੀ ਕਈ ਵਾਰ ਕਹਿ ਦਿੱਤਾ ਜਾਂਦਾ ਹੈ, ਜੇ ਗੁਰੂ ਸਾਹਿਬ ਸਮਰੱਥ ਸਨ ਤਾਂ ਫਿਰ ਉਹਨਾਂ ਨੇ ਕਰਾਮਾਤ ਕਿਉਂ ਨਹੀਂ ਦਿਖਾ ਦਿੱਤੀ। ਕਰਾਮਾਤ ਦੋ ਤਰੀਕਿਆਂ ਨਾਲ ਕਹੀ ਜਾਂਦੀ ਹੈ ਕਿ ਆਪਣੀ ਤਾਕਤ ਦਿਖਾ ਦਿੰਦੇ। ਹੁਣ ਗੁਰਮਤ ਦੇ ਵਿੱਚ ਔਰ ਭਗਤੀ ਮਤ ਦੇ ਵਿੱਚ ਇੱਕ ਬੜਾ ਮੁੱਢਲਾ ਅੰਤਰ, ਬੜਾ ਬੇਸਿਕ ਇੱਕ ਫਰਕ ਆ। ਉਹਦੇ ਵਿੱਚ ਇੱਕ ਮੁੱਢਲਾ ਅੰਤਰ ਹੈ। ਜੇਕਰ ਪ੍ਰਹਿਲਾਦ ਦੇ ਉੱਤੇ ਜ਼ੁਲਮ ਹੁੰਦਾ ਹੈ ਤਾਂ ਭਗਤ ਮਤ ਦੇ ਮੁਤਾਬਕ ਰੱਬ ਪ੍ਰਗਟ ਹੋ ਜਾਂਦਾ। ਜੇ ਕਬੀਰ ਸਾਹਿਬ ਦੇ ਉੱਤੇ ਵਿਪਤਾ ਆਉਂਦੀ ਹੈ, ਨਾਮਦੇਵ ਤੇ ਵਿਪਤਾ ਆਉਂਦੀ ਹੈ, ਰੱਬ ਪ੍ਰਗਟ ਹੋ ਜਾਂਦਾ। ਪਰ ਗੁਰਮਤ ਦੇ ਵਿੱਚ ਜ਼ੁਲਮ ਕਰਨ ਲੱਗਿਆਂ ਜ਼ਾਲਮ ਦੀ ਤਲਵਾਰ ਨਹੀਂ ਰੁਕਦੀ। ਗੁਰੂ ਅਰਜਨ ਦੇਵ ਜੀ ਦੇ ਉੱਤੇ ਪੈ ਰਿਹਾ ਰੇਤ ਦਾ ਗਰਮ ਰੇਤ ਠੰਡੀ ਨਹੀਂ ਹੁੰਦੀ, ਤੱਤੀ ਤਵੀ ਠੰਡੀ ਨਹੀਂ ਹੁੰਦੀ। ਗੁਰੂ ਤੇਗ ਬਹਾਦਰ ਜੀ ਦੇ ਉੱਤੇ ਚੱਲ ਰਹੀ ਤਲਵਾਰ ਠੰਡੀ ਨਹੀਂ ਹੁੰਦੀ, ਰੁਕਦੀ ਨਹੀਂ ਹੈ। ਮਗਰ ਉਸ ਦੇ ਬਾਅਦ ਕੀ ਹੁੰਦਾ ਹੈ, ਆਫਟਰਮੈਥ, ਉਹ ਚੀਜ਼ ਹੈਗੀ ਹੈ। ਇਹ ਗੁਰਮਤ ਨੇ ਦੱਸੀ ਹੈ। ਹਜ਼ੂਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹੀ ਗੱਲ ਕਹੀ ਕਿ ਜ਼ੁਲਮ ਕਰ ਲੈਣ ਦਿਓ, ਕਰਦਾ ਜਿਹੜਾ ਉਸ ਨੂੰ ਕਰ ਲੈਣ ਦਿਓ, ਮੌਕਾ ਦੇ ਦਿਓ, ਪਰ ਫਿਰ ਉਹਦਾ ਅਖੀਰ ਕੀ ਹੈ, ਚੁਕਾ ਰਜ਼ਮਾ ਹੀਲ ਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ व ਸ਼ਮਸ਼ੀਰੇ ਦਸ। ਉਹਦਾ ਨਤੀਜਾ ਕੀ ਨਿਕਲਦਾ ਹੈ, ਇਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਦੱਸ ਦਿੱਤਾ। ਉਹਨਾਂ ਦੀ ਸ਼ਹਾਦਤ ਨੇ ਅਕਾਲ ਤਖਤ ਸਾਹਿਬ ਦਿੱਤਾ, ਉਹਨਾਂ ਦੀ ਸ਼ਹਾਦਤ ਨੇ ਢਾਡੀ ਦਿੱਤੇ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਖਾਲਸਾ ਦਿੱਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ 52 ਕਵੀ ਦਿੱਤੇ। ਇਹ ਉਸ ਦਾ ਨਤੀਜਾ ਨਿਕਲਦਾ। ਔਰ ਉਹ ਖਾਲਸਾ ਜਿਹੜਾ ਅਜੂਨੀ ਹੈ, ਇਹ ਜਿਹੜਾ ਕਹਿ 84 ਤੇ ਹੈ ਬਾਹਰ। ਹੁਣ ਕਰਾਮਾਤ ਔਰੰਗਜ਼ੇਬ, ਇੱਕ ਬੜਾ ਕਮਾਲ ਦੀ ਗੱਲ ਹੈ, ਡਾਕਟਰ JS ਗਰੇਵਾਲ ਐਮੀਨੈਂਟ ਹਿਸਟੋਰੀਅਨ ਹਨ, ਪਰ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਛੋਟੀ ਜਿਹੀ ਕਿਤਾਬ ਹੈ, ਉਹ ਜ਼ਰੂਰ ਤੁਸੀਂ ਵੇਖਣਾ, ਕੋਸ਼ਿਸ਼ ਕਰਨਾ। ਉਸ ਕਿਤਾਬ ਦਾ ਨਾਮ ਹੈ ਪਰਸ਼ੀਅਨ ਕ੍ਰੋਨਿਕਲਸ ਆਫ ਗੁਰੂ ਤੇਗ ਬਹਾਦਰ ਜੀਜ਼ ਮਾਰਟਰਡਮ। ਬੜੀ ਕਮਾਲ ਦੀ ਕਿਤਾਬ ਹੈ, ਛੋਟੀ ਜਿਹੀ ਹੈ, ਬਹੁਤ ਵੱਡੀ ਨਹੀਂ ਹੈ। ਉਹਦੇ ਵਿੱਚ ਉਹਨਾਂ ਨੇ 30-32 ਜਿਹੜੇ ਉਸ ਵੇਲੇ ਦੇ ਪਰਸ਼ੀਅਨ ਕ੍ਰੋਨਿਕਲਸ ਹਨ ਉਹਦਾ ਹਵਾਲਾ ਦਿੱਤਾ ਹੈ। ਸਾਰੇ ਲੜੀਵਾਰ ਉਹਨਾਂ ਨੇ ਉਹ ਸਾਰਾ ਦਿੱਤਾ ਹੈਗਾ। ਔਰ ਉਹਦੇ ਵਿੱਚ ਖਾਲਸਾ ਨਾਮਾ ਬਖਤਮਲ ਦਾ, ਤਾਰੀਖੇ ਪੰਜਾਬ ਗੁਲਾਮ ਮੁਹੀਉਦੀਨ ਬੂਟੇ ਸ਼ਾਹ ਦਾ, ਰਿਸਾਲਾ ਦਰ ਅਹਿਵਾਲੇ ਨਾਨਕ ਸ਼ਾਹ ਦਰਵੇਸ਼ ਬੁੱਧ ਸਿੰਘ ਦਾ, ਉਮਦਤ ਤਵਾਰੀਖ ਸੋਹਣ ਲਾਲ ਦੀ, ਤਵਾਰੀਖੇ ਸਿੱਖਾਂ ਖੁਸ਼ਵਕਤ ਰਾਏ ਦੀ, ਚਾਰ ਬਾਗੇ ਪੰਜਾਬ ਗਣੇਸ਼ ਦਾਸ ਵਡੇਰਾ ਦੀ, ਤੇ ਇਬਰਤਨਾਮਾ ਅਲੀਉਦੀਨ ਦੀ ਹੈਗੀ ਹੈ।
ਇਹਨਾਂ ਸਾਰਿਆਂ ਦੇ ਵਿੱਚ ਇੱਕ ਚੀਜ਼ ਬੜੀ ਕਾਮਨ ਹੈ, ਬਹੁਤ ਕਾਮਨ ਹੈ, ਕਿ ਉਹਦੇ ਵਿੱਚ ਬਾਦਸ਼ਾਹ ਵੱਲੋਂ ਕਿਹਾ ਗਿਆ, ਐਂਪਰਰ ਨਾ ਲਿਖਿਆ, ਐਂਪਰਰ ਨੇ ਕਿਹਾ ਕਿ ਕਰਾਮਾਤ ਦਿਖਾਓ। ਹੁਣ ਇਹਦਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਦੇ ਦਿੱਤਾ। ਗੁਰੂ ਤੇਗ ਬਹਾਦਰ ਜੀ ਨੇ ਨਾ ਕਰ ਦਿੱਤੀ, ਔਰ ਨਾ ਕੇਵਲ ਨਾ ਨਹੀਂ ਕੀਤੀ, ਇੱਕ ਬੜੀ ਵੱਡੀ ਗੱਲ ਕਹੀ ਕਿ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹੇ ਆਵਤ ਲਾਜਾ। ਇਹ ਡਰਾਮੇਬਾਜ਼ੀਆਂ, ਇਹ ਮਦਾਰੀ ਦਾ ਕੰਮ ਹੈ। ਦਰਅਸਲ ਜਿਹੜਾ ਇਸਲਾਮਿਕ ਪ੍ਰਿੰਸੀਪਲ ਦੇ ਵਿੱਚ 4 ਚੀਜ਼ਾਂ ਹੁੰਦੀਆਂ, ਜਿਹਨੂੰ ਕਰਾਮਾਤ ਕਹਿ ਲਓ ਜਾਂ ਖਰਾਕੇ ਆਦਾਤ, ਜਿਹੜੀਆਂ ਕਿ ਅਨਨੈਚੁਰਲ ਪਾਵਰਸ ਹੁੰਦੀਆਂ, ਇਹਨੂੰ ਕਿਹਾ ਜਾਂਦਾ ਹੈ। ਇਹ 4 ਚੀਜ਼ਾਂ ਜਿਹੜੀਆਂ ਮੰਨੀਆਂ ਗਈਆਂ ਉਹ ਹੈਗੀਆਂ ਮੌਜਜ਼ਾ, ਇੱਕ ਹੈ ਕਰਾਮਾਤ, ਇੱਕ ਹੈ ਮਊਨਤ ਔਰ ਇੱਕ ਹੈ ਇਸਤਦਰਾਜ। ਜਿਹੜਾ ਮੌਜਜ਼ਾ ਹੈ ਇਹ ਪੈਗੰਬਰ ਦੁਆਰਾ ਜ਼ਾਹਿਰ ਹੁੰਦਾ ਹੈ, ਇਹਨੂੰ ਪੈਗੰਬਰ ਦੇ ਕੋਲੇ ਤਾਕਤ ਹੁੰਦੀ ਹੈ, ਇਹ ਮੰਨਣਾ। ਕਰਾਮਾਤ ਜੋ ਹੈ ਵਲੀ ਔਲੀਆ ਦੇ ਕੋਲ ਹੁੰਦੀ ਹੈ, ਜਿਹੜਾ ਉਸ ਤੋਂ ਥੱਲੇ ਹੁੰਦਾ ਹੈ, ਉਹਨਾਂ ਕੋਲੇ ਤਾਕਤ ਹੁੰਦੀ ਹੈ। ਮਊਨਤ ਹੁੰਦਾ ਹੈ ਜੋ ਦੀਵਾਨੇ ਹੁੰਦੇ ਹਨ, ਲਟਬੋਰੂ ਹੁੰਦੇ ਹਨ, ਸਹਿਜ ਸੁਭਾਅ ਬੋਲਦੇ ਹਨ, ਪੂਰੀ ਹੋ ਜਾਂਦੀ ਹੈ। ਔਰ ਇੱਕ ਹੋਰ ਹੈ ਇਸਤਦਰਾਜ, ਜਿਹੜੇ ਈਮਾਨ ਤੋਂ ਬਾਹਰ ਦੇ ਲੋਕ ਹਨ, ਉਹਨਾਂ ਦੇ ਉੱਤੇ ਇਹ ਤਾਕਤ ਹਾਸਲ ਕਰ ਲੈਂਦੇ ਹਨ, ਜਿਹਨੂੰ ਕਹਿੰਦੇ ਆ ਰਿੱਧੀਆਂ ਸਿੱਧੀਆਂ ਕਰਕੇ, ਜੰਤਰ ਮੰਤਰ, ਟੂਣੇ ਟਾਮਣ ਜੋ ਵੀ ਕਰਕੇ। ਇਹ ਚਾਰੋਂ ਤਾਕਤਾਂ ਹੁੰਦੀਆਂ, ਪਰ ਇਹਨਾਂ ਚਾਰਾਂ 'ਚ ਫਰਕ ਹੈਗਾ। ਮਗਰ ਜਿਹੜੇ ਬੰਦੇ ਰੱਬ ਦੇ ਹੈ, ਉਹ ਕਦੀ ਵੀ ਨਾ ਇਸ ਨੂੰ ਚੈਲੰਜ ਕਰਕੇ, ਨਾ ਆਪਣੀ ਜਾਨ ਬਚਾਉਣ ਕਰਕੇ ਇਸ ਨੂੰ ਕਦੀ ਵੀ ਵਰਤਦੇ ਆ। ਹੁਣ ਬੜੀ ਕਮਾਲ ਦੀ ਗੱਲ ਹੈ, ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਗਿਆ ਕਿ ਤੁਸੀਂ ਕਰਾਮਾਤ ਦਿਖਾਓ। ਉਹ ਕਰਾਮਾਤ ਦੇ ਵਿੱਚ ਉਹ ਦੇਖਣਾ ਚਾਹੁੰਦੇ ਸਨ ਕਿ ਇਹਦੇ ਕੋਲ ਕੋਈ ਐਸੀ ਤਾਕਤ ਤਾਂ ਨਹੀਂ ਹੈ, ਕਿਧਰੇ ਗਲਤੀ ਨਾਲ ਇਹ ਪੈਗੰਬਰ ਤਾਂ ਨਹੀਂ, ਪਰ ਕਿਧਰੇ ਵਲੀ ਅੱਲਾ ਨਾ ਹੋਏ, ਕਿਧਰੇ ਐਸੀ ਗੱਲ ਹੋ ਜਾਏ ਤਾਂ ਅਸੀਂ ਫਿਰ ਬੜੇ ਮੁਸੀਬਤ ਪੈ ਜਾਏਗੀ। ਉਹ ਇਸ ਚੀਜ਼ ਨੂੰ ਦੇਖਣ ਲਈ ਹੁਣ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਗਿਆ ਕਿ ਤੁਸੀਂ ਕਰਾਮਾਤ ਦਿਖਾਓ। ਡਾਕਟਰ ਗਰੇਵਾਲ ਸਾਹਿਬ ਲਿਖਦੇ ਆ ਉਹਨਾਂ ਦੇ ਹਵਾਲੇ ਨਾਲ ਕਿ ਗੁਰੂ ਜੀ ਨੇ ਇਨਕਾਰ ਕਰ ਦਿੱਤਾ, ਨਾ ਕਰ ਦਿੱਤੀ। ਉਹਨਾਂ ਨੇ ਅਗਲੀ ਗੱਲ ਕਹੀ ਕਿ ਤੁਸੀਂ ਫਿਰ ਡਿਕਲੇਅਰ ਕਰ ਦਿਓ ਕਿ ਤੁਹਾਡੇ ਕੋਲ ਇਹ ਤਾਕਤ ਨਹੀਂ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਇਹ ਕਹਿਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਮੈਂ ਨਹੀਂ ਕਵਾਂਗਾ ਮੇਰੇ ਕੋਲ ਇਹ ਤਾਕਤ ਹੈ, ਨਹੀਂ ਹੈ। ਇਹ ਸਮਝਣ ਵਾਲੀ ਗੱਲ ਹੈ, ਜੇ ਸਾਨੂੰ ਇਸ ਗੱਲ ਦੀ ਇਸ ਤੋਂ ਸੁਨੇਹਾ ਮਿਲ ਜਾਏ ਅਗਲੀ। ਔਰ ਉਹਨਾਂ ਨੇ ਸ਼ਹਾਦਤ ਦੇਣੀ ਜਿਹੜੀ ਹੈ ਉਹ ਪ੍ਰਵਾਨ ਕਰ ਲਈ। ਹੁਣ ਸ਼ਹੀਦੀ ਹੋ ਗਈ, ਸ਼ਹਾਦਤ ਹੋ ਗਈ। ਗੁਰੂ ਸਾਹਿਬ ਦੀ ਅਵਸਥਾ 9 ਸਾਲ ਦੀ ਹੈ। ਜਦੋਂ ਗੁਰੂ ਤੇਗ ਬਹਾਦਰ ਜੀ ਦੇ 2 ਅਸਥਾਨ ਹੈ, ਉਹਨਾਂ ਦੇ ਤੜ ਦਾ ਸੰਸਕਾਰ ਰਕਾਬਗੰਜ ਸਾਹਿਬ ਤੇ ਹੋਇਆ, ਸੀਸ ਦਾ ਅਸਥਾਨ ਜਿਹੜਾ ਸੰਸਕਾਰ ਜਿਹੜਾ ਅਨੰਦਪੁਰ ਸਾਹਿਬ ਹੋਇਆ। ਔਰੰਗਜ਼ੇਬ ਦੀ ਮਜ਼ਾਰ ਤੁਸੀਂ ਕਦੀ ਜਾਓ ਔਰੰਗਾਬਾਦ ਵਿੱਚ, ਮੈਂ ਹੋ ਕੇ ਆਇਆ, ਮਜ਼ਾਵਰ ਤੁਹਾਡੇ ਕੋਲੋਂ 2 ਰੁਪਏ ਮੰਗੇਗਾ, ਇੱਥੇ ਮਜ਼ਾਰ ਦੇ ਉੱਤੇ ਤੇਲ ਪਾਣਾ ਹੈ, ਉਹਦੇ ਲਈ ਸਰਦਾਰ ਸਾਹਿਬ ਕੋ ਪੈਸੇ ਦੇ ਦਿਓ। ਇਹ ਹਾਲ ਹੈ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਹੂ ਹਰ ਸਮਾਨ ਨਹੀਂ ਰਾਜਾ। ਹੁਣ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਬਾਅਦ ਕੀ ਹੋਇਆ? ਗੁਰੂ ਤੇਗ ਬਹਾਦਰ ਜੀ ਦਾ ਸੀਸ ਜਿਸ ਵੇਲੇ ਲੈ ਕੇ ਆਂਦਾ, ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਹੈ, ਉਹਨਾਂ ਨੇ ਪਿਤਾ ਦਾ ਸੀਸ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ, ਨਮਸਕਾਰ ਕੀਤੀ, ਔਰ ਉਹਦੇ ਬਾਅਦ ਉਹ ਸੀਸ ਮਾਤਾ ਜੀ ਦੀ ਝੋਲੀ ਪਾ ਦਿੱਤਾ। ਮਾਤਾ ਜੀ ਦੇ ਇਤਿਹਾਸ ਵਿੱਚ ਹੈ ਇੱਕੋ ਲਫ਼ਜ਼ ਵਰਤੇ ਕਿ ਸਵਾਮੀ ਤੁਹਾਡੀ ਨਿਭ ਗਈ ਹੈ, ਕਿਰਪਾ ਕਰੋ ਮੇਰੀ ਵੀ ਨਿਭ ਜਾਏ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਵੇਲੇ ਸਿੱਖਾਂ ਨੂੰ ਪੁੱਛਿਆ ਕਿ ਉਸ ਵੇਲੇ ਕਿੰਨਾ ਕੁ ਐਤਜਾਜ ਹੋਇਆ, ਕਿੰਨਾ ਕੁ ਪ੍ਰੋਟੈਸਟ ਹੋਇਆ, ਕਿੰਨਾ ਕੁ ਰੌਲਾ ਪਿਆ, ਤਾਂ ਉਹਨਾਂ ਨੇ ਕਿਹਾ ਕਿ ਕੋਈ ਖਾਸ ਨਹੀਂ ਹੋਇਆ। ਉਸ ਵੇਲੇ ਲਿਖਿਆ ਇਤਿਹਾਸ ਵਿੱਚ, ਸ੍ਰੀ ਗੋਬਿੰਦ ਸੁਨਕਰ ਐਸੇ, ਗਰਜਤ ਬੋਲੇ ਜਲਧਰ ਜੈਸੇ, ਇਸ ਬਿਦ ਕੋ ਅਬ ਪੰਥ ਬਣਾਵੋ, ਸਗਲ ਜਗਤ ਮੈਂ ਬਹੁ ਬਿਦ ਤਾਵੋ, लाखों जग के नरिक थाए, तिन में मिले एक सिख जाए, सब में पृथक पछानियों परे, रले नका कैसियों कबहू कैसियों करे। उन्होंने क्या हुण ऐसा सिख बनेगा, ऐसा सिख तैयार होएगा जिहड़ा लखां दे विच भी होएगा, वो पछाणिया जाएगा। स्टोरिया दी मोगर दे विच अंकित है, उहदे विच लिखिया है कि औरंगजेब ने ऐसे अफसर मुकर्रर कीते सी
ਉਹ ਅਫਸਰ ਬਾਜ਼ਾਰਾਂ ਦੇ ਵਿੱਚ ਘੁੰਮਦੇ ਸੀ, ਉਹਨਾਂ ਦੇ ਹੱਥ ਵਿੱਚ ਕੈਂਚੀ ਹੁੰਦੀ ਸੀਗੀ ਔਰ ਉਹ ਕਿਸੇ ਦੀ ਵੀ ਦਾੜੀ ਜਿਹੜੀ ਮੁੱਠ ਤੋਂ ਥੱਲੇ ਹੁੰਦੀ ਸੀ ਉਹਨੂੰ ਕੱਟ ਦਿੰਦੇ ਸੀ, ਕੁਤਰ ਦਿੰਦੇ ਸੀ। ਅੱਜ ਤਾਂ ਔਰੰਗਜ਼ੇਬ ਨਹੀਂ ਹੈ, ਅੱਜ ਤਾਂ ਕੈਂਚੀ ਨਹੀਂ ਹੈ, ਅੱਜ ਤਾਂ ਕੋਈ ਨਹੀਂ ਹੈ, ਅੱਜ ਤਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੀ ਸਾਡੇ ਸਾਹਮਣੇ ਹੈ। ਬਹੁਤ ਸੋਹਣਾ ਲਿਖਿਆ, ਵਾਰ ਕੇ ਸੀਸ ਜਗਾਏ ਦੀਏ ਸਭ, सोए पड़े थे जो पाए पसारे, कंठ लगाए भेद किए जन, नीच अजात अछूत बिचारे, चार दिशा जिनकी कृपा होते, बाजन है अब संख नगारे, धन गुरु गुरु तेग बहादुर, सीस धरो तिनके चरनारे। ਉਹਦੇ ਬਾਅਦ ਕੀ ਹੋਇਆ ਤੁਸੀਂ ਪੁੱਛਿਆ, ਉਹਦੇ ਬਾਅਦ ਕਮਾਲ ਦੀ ਗੱਲ ਹੈ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਬਾਅਦ 11 ਸਾਲ ਦੇ ਬਾਅਦ, ਬਹੁਤਾ ਟਾਈਮ ਵੀ ਨਹੀਂ ਹੋਇਆ, 11 ਸਾਲ, ਜਿਨ੍ਹਾਂ ਦੀ ਖਾਤਰ ਸ਼ਹਾਦਤ ਹੋਈ ਉਹਨਾਂ ਪਹਾੜੀ ਹਿੰਦੂ ਰਾਜਿਆਂ ਨੇ ਔਰੰਗਜ਼ੇਬ ਦੀਆਂ ਫੌਜਾਂ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ। ਇਹ ਪੰਗਾਣੀ ਦਾ ਜੀ 5 ਮਿੰਟਸ ਲੰਬਾ ਸਰ। ਓਕੇ ਸਰ, ਥੈਂਕ ਯੂ ਸਰ। ਸੋ ਉਹਨਾਂ ਨੇ ਪੰਗਾਣੀ ਦਾ ਯੁੱਧ ਜਿਹੜਾ ਹੋਇਆ, ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਜਿਹੜਾ ਹੈ ਲੋਹ ਪਰਾ ਫਤਿਹ ਸ਼ਾਹ ਕੋਪਾ ਤਬ ਰਾਜਾ, ਲੋਹ ਪਰਾ ਮੁਝਸੇ ਬਿਨ ਕਾਜਾ। ਹੁਣ ਇਹਦੇ ਬਾਅਦ ਇੱਕ ਗੱਲ ਬੜੀ ਵੱਡੀ, ਦੋ ਗੱਲਾਂ ਸਿਰਫ ਮੈਂ ਕਹਿਣੀਆਂ ਚਾਹਾਂਗਾ, ਉਹ ਹੈ ਮਾਸਟਰ ਤਾਰਾ ਸਿੰਘ ਜੀ ਨੇ ਬਹੁਤ ਸੋਹਣਾ ਲਿਖਿਆ, ਇਸ ਸ਼ਹਾਦਤ ਨੂੰ ਸਮ ਅਪ ਕਰਦਿਆਂ, ਧੰਨ ਭਾਗ ਹਨ ਉਸਦੇ ਜਿਸ ਨੂੰ ਦੂਸਰਿਆਂ ਦੀ ਸੇਵਾ ਕਰਨ ਦਾ ਮੌਕਾ ਮਿਲੇ, ਉਸ ਤੋਂ ਵਧੇਰੇ ਭਾਗ ਹਨ ਉਸਦੇ ਜਿਸ ਨੂੰ ਧਰਮ ਦੀ ਸੇਵਾ ਕਰਨ ਦਾ ਮੌਕਾ ਮਿਲੇ, ਉਸ ਤੋਂ ਵੀ ਵੱਡੇ ਭਾਗ ਹਨ ਉਸਦੇ ਜਿਸ ਨੂੰ ਹੋਰਨਾਂ ਦੇ ਧਰਮਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ, ਉਸ ਤੋਂ ਵੱਡੇ ਭਾਗ ਹਨ ਇਸਦੇ ਜਿਸ ਨੂੰ ਦੂਸਰਿਆਂ ਦੇ ਧਰਮ ਦੀ ਰੱਖਿਆ ਕਰਨ ਦਾ ਮੌਕਾ ਮਿਲੇ, ਪਰ ਸਭ ਤੋਂ ਵੱਡੇ ਭਾਗ ਹਨ ਉਸਦੇ ਜਿਸ ਨੂੰ ਦੂਸਰਿਆਂ ਦੇ ਧਰਮ ਦੀ ਰੱਖਿਆ ਲਈ ਜਾਨ ਦੇਣ ਦਾ ਮੌਕਾ ਮਿਲੇ। ਅੱਜ ਤੁਸੀਂ ਜਿਹੜੀ ਗੱਲ ਕੀਤੀ ਸੀ ਕਿ ਇੱਕ ਯੂਨਿਟੀ ਐਂਡ ਡਾਇਵਰਸਿਟੀ, ਉਹਦੇ ਲਈ ਕੀਤੀ ਕਿਉਂਕਿ ਔਰੰਗਜ਼ੇਬ ਦਾ ਉਸ ਵੇਲੇ ਨਿਸ਼ਾਨਾ ਸੀ ਇੱਕ ਰਾਸ਼ਟਰ ਬਣਾਉਣਾ ਹੈ, ਰਾਸ਼ਟਰੀ ਏਕਤਾ ਉਹਦਾ ਨਿਸ਼ਾਨਾ ਸੀ। ਤਾਂ ਹੀ ਕਰਕੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਅਗਰ ਔਰੰਗਜ਼ੇਬ ਕਾਮਯਾਬ ਹੋ ਜਾਂਦਾ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, फैलती कुचीलता कतेबन कुरान की, रीत पाप ही परपक जाते धर्म दसक जाते, बेदन रीत मिट जाती कथा बेदन पुराण की, वर्ण गरक जाते सहज विधान की, देवी देव देहोरे संतोख सिंगा दूर होते, मूर्त न होती जो पै करुणा निदान की। ਇਹ ਜਿਹੜੀ ਗੱਲ ਸੀ ਰਾਸ਼ਟਰੀ ਏਕਤਾ, ਅੱਜ ਦੇ ਕੰਟੈਕਸਟ ਵਿੱਚ ਭਾਰਤ ਦੇ ਵਿੱਚ ਇਹੀ ਹੋ ਰਿਹਾ, ਨਾਰਾ ਦਿੱਤਾ ਜਾ ਰਿਹਾ ਯੂਨਿਟੀ ਆਫ ਰਿਲੀਜਨਸ ਬੋਰਨ ਇਨ ਇੰਡੀਆ, ਪਰ ਅਸਲ ਵਿੱਚ ਨਿਸ਼ਾਨਾ ਕੋਸ਼ਿਸ਼ ਹੋ ਰਹੀ ਹੈ ਯੂਨੀਫਿਕੇਸ਼ਨ ਆਫ ਰਿਲੀਜਨਸ ਬੋਰਨ ਇਨ ਇੰਡੀਆ, ਜਿਹਦੇ ਚੋਂ ਮੁਸਲਮਾਨਾਂ ਨੂੰ ਕੱਢਤਾ ਜਾਏ, ਈਸਾਈਆਂ ਨੂੰ ਕੱਢ ਦਿੱਤਾ ਜਾਏ ਔਰ ਫਿਰ ਇਹਨਾਂ ਸਾਰਿਆਂ ਨੂੰ ਮਰਜ ਕਰਤਾ ਜਾਏ। ਰੋਜ਼ ਕੋਈ ਖਬਰਾਂ ਕਦੀ ਕਿਸੇ ਤਰੀਕੇ ਨਾਲ ਕਦੀ ਕਿਸੇ ਤਰੀਕੇ ਨਾਲ ਕ੍ਰੀਏਟ ਕੀਤੇ ਜਾ ਰਹੇ ਹਨ। ਅਖੀਰ ਦੇ ਵਿੱਚ ਮੈਂ ਚਾਂਦ ਭੱਟ ਨੇ ਜਿਹੜੀ ਗੱਲ ਕਹੀ ਉਹ ਮੈਂ ਕਹਿ ਕੇ ਇਜਾਜ਼ਤ ਲਵਾਂਗਾ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਏ ਮਨ ਹੋੜੀਏ, ਬਾਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋੜੀਏ, ਗੁਰ ਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੋੜੀਏ। ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਕੋਈ ਗਲਤੀ ਹੋਏ ਤਾਂ ਮਾਫੀ ਦਾ ਖਾਸਤਗਾਰ ਹਾਂ ਤੇ ਤੁਹਾਡਾ ਧੰਨਵਾਦ ਹੈ, ਤੁਸੀਂ ਮੌਕਾ ਦਿੱਤਾ ਔਰ ਜੁੜਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਹੁਤ ਬਹੁਤ ਲਾਂਬਾ ਸਾਹਿਬ ਤੁਹਾਡਾ। ਦਿਸ ਇਜ਼ ਵੈਰੀ ਵੈਰੀ ਇਨਸਪਾਇਰਿੰਗ। ਅਗੇਨ ਤੁਸੀਂ ਬਹੁਤ ਟੌਪਿਕਸ ਟੱਚ ਕੀਤੇ ਇੱਥੇ, ਐਂਡ ਆਮ ਸ਼ੋਰ ਦੈਟ there are lots of people who will have a lot of questions as well. I'd like to go back to the question that Sardar Rupinder ji asked earlier. Would you want to repeat that question again, or do you think it is answered already? Yeah, so this is a great lecture also, and in some ways it does answer the question. That is a historical narrative by Kashmiri Pandit Sige. A lot of things were going on. The interesting thing is ਵੀ ਜਿਹੜੇ ਰਾਜਪੂਤਾਂ ਦੀ ਜਿੱਦਾਂ ਲਾਂਬਾ ਸਾਹਿਬ ਨੇ ਗੱਲ ਕੀਤੀ ਵੀ ਰਾਜਪੂਤ ਅਟੈਕ ਗੁਰੂ ਗੋਬਿੰਦ ਸਿੰਘ, it was a very strange time because Western thought ਦੇ ਹਿਸਾਬ ਨਾਲ all the Hindus were one group, but Hindus did not really think they were one group because they looked at themselves as Rajputs or whoever.
The Muslims were not one group either. They were Turks or the Afghans or whoever. The Rajputs, ਜਦੋਂ ਔਰੰਗਜ਼ੇਬ ਨੇ ਜਜ਼ੀਆ ਕੀਤਾ, ਉਦੋਂ they were exempt from jizya because they were part of the, it was a Mughal Rajput ruling elite and everybody else was an outsider. ਜਦੋਂ ਉਹਨਾਂ ਰੂਲ ਬਣਾਇਆ ਬਈ ਪਾਲਕੀ ਦੇ ਵਿੱਚ ਔਰਤਾਂ ਬਹਿੰਦੀਆਂ ਹੈਗੀਆਂ ਤਾਂ Rajput women were exempt. The Muslims were allowed to ride in the palki and everybody else was not allowed. Same thing for riding Arabian horses. Guru Gobind Singh, I think Guru Tegh Bahadur, starting from Guru Nanak onwards, I think the idea was that the whole concept of hierarchy that had to be destroyed and recreated all over again. So the idea of Singh being, who were the Singhs? The only people who were called Singhs before Guru Gobind Singh made the Khalsa were Rajputs. So you could instantly understand these were the Singhs. And here is this Guru comes in, young man, and he lifts everybody. Koi nai hai, koi chimba, koi kuch hai. They come to him and he takes their identity and say, okay, from now onwards, I'll give you another identity and you will be Singhs. You will be secondary to none. You will be the highest of the high. It was a challenge to the Rajputs, but it was also a challenge to the empire. The empire could not last if they could take away the hierarchy. Guru Tegh Bahadur, the reason I asked this question is, I mean, I really, actually, Ravinder ji ne bade pyar naal kiya. I wanted to know what the Guru's mind was. And that's a very good question. What was going through his mind? His Bani is very, very uplifting. You know, what is the nature of the world and all. And I personally think, I mean, he was probably one of the first peaceful revolutionaries. I mean, way later, hundreds of years later, Bhagat Singh decided to sacrifice his life and said, this is how we wake up people, right? Guru Tegh Bahadur understood that a long time ago, and it is such a sad thing that the highest, probably the most noblest man that the land had to go and give up his life. And Jidda Inanakya, you know, Bulle Shah said, the Guru is alive. The Guru is alive. And Guru knew he was going to live. Guru knew he was going to be there. And I believe he basically gave a sacrifice because he wanted everybody to become fearless. What is life, you know? ਇੱਕ ਉਹ ਇਹਨਾਂ ਦੀ ਫੈਜ਼ ਅਹਿਮਦ ਫੈਜ਼ ਦੀ ਪੋਇਮ ਸੀਗੀ ਭਗਤ ਸਿੰਘ ਬਾਰੇ ਨੇ ਲਿਖੀ ਐਂਡ ਉਹ ਵੈਰੀ ਸ਼ਾਰਟ ਲਾਈਨਸ ਉਹਦੀਆਂ ਸੀਗੀਆਂ ਤੇ ਕਹਿੰਦਾ ਜਿਸ धाग से कोई मक्तल में गया वो धाग सलामत रहती है ये जान की कोई बात नहीं जान तो आनी जानी है. So life doesn't matter. How do you give up life is important. And the idea, although Bhagat Singh called himself an atheist, I think he was born in a Sikh family. Those values live. Doesn't matter if you call yourself Sikh or not. That courage that Guru gave is among us. So that is how my interpretation is. Thank you. Thank you very much for that perspective. ਮੈਂ ਇੱਕ ਇਹਦੇ ਵਿੱਚ ਕਰੈਕਸ਼ਨ ਕਰ ਦਿਆਂ ਜ਼ਰੂਰ. ਦੱਸ ਰਹੇ ਹੋ ਕਿ ਉਹ ਰਾਜਪੂਤ ਰਾਜੇ ਉਹਨਾਂ ਦੀ ਲੜਾਈ ਹੋਈ. ਇਹ ਉਹ ਜਿਹੜਾ ਜਿਓਗ੍ਰਾਫੀਕਲ ਜਿਹੜੀ ਹੈ ਰਾਜਪੂਤ ਵਰ ਰਾਜਪੂਤਾਨਾ ਉਹ ਰਾਜਸਥਾਨ ਏਰੀਏ ਦਾ ਇਹ ਜਿਹੜੇ ਸੀ ਕਸ਼ਮੀਰ ਦੇ ਨਾਲ ਲੱਗਦਾ ਇਲਾਕਾ ਜਿਹੜੇ ਪਹਾੜੀ ਰਾਜੇ ਸੀਗੇ ਹਿਲੀ ਏਰੀਆਜ਼ ਦੇ ਜਿਹੜੇ ਹਿਮਾਚਲ ਔਰ ਕਸ਼ਮੀਰ ਦਾ ਇਲਾਕਾ ਹੈਗਾ ਜੰਮੂ ਐਂਡ ਹਿਮਾਚਲ ਐਂਡ ਉਹ ਇਲਾਕਾ ਸੀਗਾ ਉਹ ਗੁਰੂ ਸਾਹਿਬ ਨਾਲ ਜਿਹੜਾ ਕੀਤਾ ਔਰੰਗਜ਼ੇਬ ਨਾਲ ਉਹ ਪਹਾੜੀ ਰਾਜੇ ਸੀਗੇ ਨਾ ਕਿ ਰਾਜਪੂਤ ਰਾਜੇ. ਰਾਜਪੂਤ ਵੱਖਰੇ ਸੀ ਉਹ ਇੱਕ ਬਿਲਕੁਲ ਉਹਨਾਂ ਨੇ ਔਰੰਗਜ਼ੇਬ ਦੇ ਨਾਲ ਬਾਦਸ਼ਾਹ ਨਾਲ ਸ਼ੁਰੂ ਤੋਂ ਮਿਲ ਕੇ ਅਕਬਰ ਵੇਲੇ ਤੋਂ ਹੀ ਉਹ ਸਾਰੇ ਉਹਨਾਂ ਨਾਲ ਰਲ ਗਏ ਸੀ. ਉਹਨਾਂ ਦੇ ਨਾਲ ਕੋਈ ਐਨਕਾਊਂਟਰ ਨਹੀਂ ਹੋਇਆ ਜੀ. Sorry, man, actually I talk about caste Rajput. They were caste, they were ਜਿਹੜੇ ਹੈਗੇ ਆ ਇਹਨਾਂ ਦੀ ਨਾ actually interestingly Bhim Singh ਸੀਗਾ, he was the guy Bhim Sen Ajmer Chand Bhim Chand. ਹਾਂਜੀ ਸਿੰਘ ਨਹੀਂ ਹੈ ਕੋਈ ਇਹਨਾਂ ਚੋਂ ਸਿੰਘ ਨਹੀਂ ਹੈਗਾ ਕੋਈ. ਨਹੀਂ ਮੈਂ ਦੱਸਦਾ ਨਾ ਇਹਨਾਂ ਦਾ. So interestingly these people ਉਦੋਂ ਗੁਰੂ ਸਾਹਿਬ ਨਾਲ ਲੜਾਈਆਂ ਹੋਈਆਂ ਖਾਲਸਾ ਆਇਆ ਖਾਲਸਾ ਚਲਿਆ ਗਿਆ. These people survived. And as well they are still the Kahlur ਦੇ ਰਾਜ ਜਿਹੜੇ ਰੂਲਰ ਸੀਗੇ they became the rulers of Bilaspur ਦੀ state they are the Rajput clan. ਕੋਈ ਚੰਦਵਾਈ ਦੇ ਸੀ ਕੋਈ ਸੀਗੇ clans they still the Rajputs. So I think clan wise ਮੈਂ ਕਹਿੰਦਾ ਪਿਆ ਹੈਗਾ I understand. I mean ਰਾਜਸਥਾਨ ਦੇ ਰਾਜਪੂਤਾਨਾ ਦੇ ਸੀਗੇ. So the clan was all over. There were people in UP, Madhya Pradesh and all. So that is what my reading, but I'm not a historian.
So I've been reading, and I will actually, ਤੁਸੀਂ ਜਿਹੜੀ ਗੱਲ ਦੱਸੀ ਹੈਗੀ ਹੈ ਉਹਨਾਂ ਦੀ JS ਗਰੇਵਾਲ ਦੀ ਨਾ, I would like to read that book. ਜੀ ਜੀ ਤੇਗ ਬਹਾਦਰ ਦੀ ਗੁਰਬਾਣੀ ਬਾਰੇ I learned ਹਾਂਜੀ some. ਹਾਂਜੀ ਹਾਂਜੀ But very Thank nice you. lecture. Thanks. ਸ਼ੁਕਰੀਆ Thank you very much. Thank you very much again. ਥੈਂਕ ਯੂ ਸਰ Other questions, if you have a question, you can type it in the chat or you can raise your hand. We have Sardar Swaran Singh Saini ji. Yes, please go ahead. Thank you very much. This webinar is absolutely fantastic, wonderful. And I'm thankful to Harinder ji and Amrik Singh Rakra. He gave me the link. I attended the webinar before last time as well, but I couldn't connect the sound. Now, in this situation, my question bothers my mind all the time, that did Guru Tegh Bahadur sacrifice his life for the faith at that particular time, or go against the atrocities administered by the Aurangzeb, or protect the country? Secondly, was he operating in a spiritual domain at that time? Because we normally talk about in either social conscious mind or body conscious mind, but not spiritual domain situation. So was he in a spiritual domain situation, and he wanted to protect the universality of the truth, by which I mean the equality of humanity through love. The two different questions I have. So maybe Dr. Lamba can answer. ਹਾਂਜੀ ਨਹੀਂ ਸੋ ਨਾਈਸ ਆਫ ਯੂ ਥੈਂਕ ਯੂ ਸਰ ਕਿਉਂਕਿ ਜਿਹੜੀ ਵੀ ਚੀਜ਼ ਉਹਨਾਂ ਦੀ ਐਮਿਨੇਟ ਕਰ ਰਹੀ ਹੈ ਇਟ ਇਜ਼ ਓਨਲੀ ਫਰਮ ਸਪਿਰਿਚੁਅਲਿਟੀ ਧਰਮ ਦੀ ਗੱਲ ਕਰ ਰਹੇ ਹੈ ਧਰਮ ਕੀ ਚੀਜ਼ ਹੈਗੀ ਹੈ ਉਹਨਾਂ ਨੇ ਕਲੀਅਰ ਕਰ ਦਿੱਤਾ ਹੈ ਜਿਹੜੀ ਗੱਲ ਗੁਰੂ ਅਰਜਨ ਦੇਵ ਜੀ ਨੇ ਕਹੀ ਹੈ ਕਿ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਉਹ ਧਰਮ ਜਿਹੜਾ ਹੈਗਾ ਉਸ ਦੇ ਉੱਤੇ ਕਰ ਰਿਹਾ ਹੈ ਕਿ ਉਹ ਸਪਿਰਿਚੁਅਲਿਟੀ ਦੇ ਨਾਲ ਹੀ ਐਮਿਨੇਟ ਕਰਦੀ ਪਈ ਹੈ ਔਰ ਇਹੀ ਸਪਿਰਿਚੁਅਲਿਟੀ ਹੈਗੀ ਹੈ ਜਿਹਦੀ ਗੁਰੂ ਗੋਬਿੰਦ ਸਿੰਘ ਜੀ ਲਿਖ ਰਿਹਾ ਹੈ ਕਿ ਉਹਨਾਂ ਦੀ ਸ਼ਹਾਦਤ ਧਰਮ ਦੀ ਖਾਤਰ ਹੋਈ ਹੈ ਧਰਮ ਕਾਇਮ ਹੋ ਗਿਆ ਧਰਮ ਜਿਹੜਾ ਹੈ ਸਥਾਪਿਤ ਹੋ ਗਿਆ ਔਰ ਇਸੇ ਚੀਜ਼ ਨੂੰ ਇੱਕ ਹਿਸਟਰੀ ਦੇ ਵਿੱਚ ਇੱਕ ਹਵਾਲਾ ਹੋਰ ਆਉਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਗਿਆ ਕਿ ਵਜ਼ੀਦ ਖਾਨ ਵੱਲੋਂ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ ਹੈ ਚਾਰੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਹੈ ਉਹਦੇ ਵੱਲੋਂ ਦੀਵਾਰ ਵਿੱਚ ਚੁਣ ਕੇ ਸ਼ਹੀਦ ਹੋ ਗਏ ਹੈ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਉਸ ਵੇਲੇ ਨਵਾਬ ਮਲੇਰ ਕੋਟਲੇ ਦੀਆਂ ਅੱਖਾਂ ਦੇ ਵਿੱਚ ਅਥਰੂ ਸੀ ਔਰ ਉਸਨੇ ਹਾਂ ਦਾ ਨਾਰਾ ਮਾਰਿਆ ਹਿਸਟਰੀ ਚ ਆਉਂਦਾ ਹੈ ਕਿ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖਾਂ 'ਚ ਵੀ ਅਥਰੂ ਆ ਗਏ ਸਿੱਖਾਂ ਨੇ ਪੁੱਛਿਆ ਕਿ ਇਹ ਕੀ ਗੱਲ ਹੈ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਨਹੀਂ ਸਮਝ ਆ ਰਹੀ ਉਹਨਾਂ ਨੇ ਕਿਹਾ ਨਹੀਂ ਇਹ ਖੁਸ਼ੀ ਦੇ ਅਥਰੂ ਹੈ ਕਿ ਅੱਜ ਧਰਮ ਕਾਇਮ ਹੋ ਗਿਆ ਸੋ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਧਰਮ ਦੀ ਖਾਤਰ ਹੈ ਮਲੇਰ ਕੋਟਲੇ ਦਾ ਹਾਂ ਦਾ ਨਾਰਾ ਮਾਰਨਾ ਉਹ ਵੀ ਇੱਕ ਧਰਮ ਦੀ ਸਥਾਪਨਾ ਕਰਨਾ ਹੈਗਾ ਜਿਹਨੂੰ ਇਸ ਕੰਟੈਕਸਟ ਵਿੱਚ ਲੈਣਾ ਚਾਹੀਦਾ ਪਰ ਇਸ ਸਾਰੇ ਦਾ ਫਿਜ਼ੀਕਲ ਨੂੰ ਛੱਡ ਦਿਓ ਜਿਹੜਾ ਉਹਦਾ ਸੋਰਸ ਹੈ ਉਹ ਸਪਿਰਿਚੁਅਲ ਹੋਏਗਾ ਸਪਿਰਿਚੁਅਲਿਟੀ ਹੋਏਗਾ ਔਰ ਇਹੀ ਚੀਜ਼ ਗੁਰੂ ਸਾਹਿਬ ਬਾਰ-ਬਾਰ ਕਹਿ ਰਹੇ ਹੈ ਇਹ ਮਿੱਥਿਆ ਜਗਤ ਹੈ ਤੁਸੀਂ ਜਿਹਦੇ ਨਾਲ ਜੁੜਨਾ ਹੈ ਉਹਦੇ ਨਾਲ ਜੁੜ ਜਾਓ ਉਹਦੇ ਵਿੱਚੋਂ ਤੁਹਾਨੂੰ ਉਹ ਤਾਕਤ ਦਾ ਜਿਹੜਾ ਸੋਰਸ ਹੈ ਉਹ ਸਪਿਰਿਚੁਅਲਿਟੀ ਹੀ ਆਏਗੀ ਕਿਉਂਕਿ ਜਿਹੜੀ ਗੱਲ ਡਾਕਟਰ ਸਾਹਿਬ ਪਹਿਲੇ ਕਹਿ ਕੇ ਗਏ ਹੈ ਕਿ ਦੋ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਹੀਆਂ ਕਿ ਇੱਕ ਨਿਰਭਉ ਤੇ ਨਿਰਵੈਰ ਇਹ ਦੋ ਇਨਸਾਨ ਦੇ ਅੰਦਰ ਕਰਨੀਆਂ ਪੈਦਾ ਹੋਣੀਆਂ ਪੈਣਗੀਆਂ ਗੁਰੂ ਨਾਨਕ ਦੇਵ ਜੀ ਨੇ ਦੋ ਗੱਲਾਂ ਕਹੀਆਂ ਨਿਰਭਉ ਤੇ ਨਿਰਵੈਰ ਇਸੇ ਗੱਲ ਨੂੰ ਗੁਰੂ ਤੇਗ ਬਹਾਦਰ ਜੀ ਨੇ ਵੀ ਕਿਹਾ ਪੈ ਕਾਹੂ ਕੋ ਦੇਤ ਨੈ ਪੈਮਾਨਤ ਆਨ ਹੁਣ ਕੋਈ ਬੰਦਾ ਜਿਹੜਾ ਨਹੀਂ ਡਰ ਮੰਨਦਾ ਉਹ ਸਪਿਰਿਚੁਅਲੀ ਬਹੁਤ ਬਲਵਾਨ ਹੋਏਗਾ ਉਹ ਡਰ ਨਹੀਂ ਮੰਨੇਗਾ ਆਮ ਬੰਦਾ ਜਿਹੜਾ ਜਿੰਨਾ ਮਰਜ਼ੀ ਤਾਕਤਵਰ ਹੋਏਗਾ ਆਪਣੀ ਵੱਡੀ ਤਾਕਤ ਵੱਲ ਦੇਖ ਕੇ ਡਰ ਜਾਂਦਾ ਹੈਗਾ ਉਹ ਨਹੀਂ ਕਾਇਮ ਰੱਖ ਸਕੇਗਾ ਇਸ ਕਰਕੇ ਨਿਰਭਉ ਨਿਰਵੈਰ ਔਰ ਪੈ ਕਾਹੂ ਕੋ ਦੇਤ ਨੈ ਪੈਮਾਨਤਾਨ ਇਹਨਾਂ ਦੋਨਾਂ ਦਾ ਸੋਰਸ ਜਿਹੜਾ ਹੈ ਉਹ ਸਪਿਰਿਚੁਅਲਿਟੀ ਹੈ ਹੁਣ ਗੁਰੂ ਨਾਨਕ ਦੇਵ ਜੀ ਦਾ ਇਹ ਲਿਖਣ ਦਾ ਮਕਸਦ ਬੜਾ ਸਪਸ਼ਟ ਹੈ ਕਿ ਇਹ ਗੁਣ ਵਾਹਿਗੁਰੂ ਦੇ ਹੈ ਉਹਦੀ ਡਿਸਕ੍ਰਿਪਸ਼ਨ ਦੇ ਰਹੇ ਹੈ ਪਰਮਾਤਮਾ ਦੇ ਹੈ ਸੋ ਜੇ ਤੁਸੀਂ ਪਰਮਾਤਮਾ ਦਾ ਰੂਪ ਹੋਣਾ ਹੈ ਤਾਂ ਇਹ ਫਿਰ ਤੁਹਾਨੂੰ ਬਣਨਾ ਪੈਣਾ
ਉਸ ਵੇਲੇ ਡਾਕਟਰ ਸਾਹਿਬ ਨੇ ਇੱਕ ਗੱਲ ਹੋਰ ਕਹੀ, ਮੈਨੂੰ ਪੋਲੀਟੀਕਲ ਸਟੇਟਮੈਂਟ ਲੱਗਦੀ ਹੈ, ਉਹਨਾਂ ਨੂੰ ਲੱਗਦੀ ਹੈ, ਮੇਰਾ ਤੇ ਯਕੀਨ ਹੈ ਇਹ ਇੱਕ ਕਿਸਮ ਦੀ ਪੋਲੀਟੀਕਲ ਸਟੇਟਮੈਂਟ ਹੈ, ਕਿਉਂਕਿ ਦੋ ਕਿਸਮ ਦੇ ਲੋਕ ਹੈ, ਇੱਕ ਜ਼ੁਲਮ ਕਰ ਰਹੇ ਹੈ, ਇੱਕ ਜ਼ੁਲਮ ਬਰਦਾਸ਼ਤ ਕਰ ਰਹੇ ਹੈ। ਜਿਹੜੇ ਜ਼ੁਲਮ ਕਰ ਰਹੇ ਹੈ ਉਹਨਾਂ ਨੂੰ ਮੈਸੇਜ ਦਿੱਤਾ ਹੈ ਕਿ ਨਿਰਵੈਰ ਹੈ ਪਰਮਾਤਮਾ, ਜੇ ਤੁਸੀਂ ਉਹਨਾਂ ਨਾਲ ਜੁੜਨਾ ਹੈ ਤੁਹਾਨੂੰ ਨਿਰਵੈਰ ਹੋਣਾ ਪਏਗਾ। ਔਰ ਦੂਜਿਆਂ ਨੂੰ ਦਿੱਤਾ ਜਿਹੜੇ ਡਰ ਕੇ ਅੰਦਰ ਵੜੇ ਹੋਏ ਹੈ ਕਿ ਜੇ ਤੁਸੀਂ ਪਰਮਾਤਮਾ ਦੇ ਨਾਲ ਮਿਲਣਾ ਹੈ ਤੁਹਾਨੂੰ ਨਿਰਵੈਰ ਹੋਣਾ ਪਏਗਾ, ਨਿਰਭਉ ਹੋਣਾ ਪਏਗਾ। ਇਹ ਨਿਰਭਉ ਤੇ ਨਿਰਵੈਰ ਇਹ ਇੱਕ ਪੋਲੀਟੀਕਲ ਸਟੇਟਮੈਂਟ ਸੀ, ਮਗਰ ਇਹਦਾ ਸਪਿਰਿਚੁਅਲਿਟੀ ਹੈ, ਇਹਦਾ ਸੋਰਸ ਵੀ ਔਰ ਮਿਲਣਾ ਵੀ ਸਪਿਰਿਚੁਅਲਿਟੀ ਹੈ। ਸੋ ਮੈਨੂੰ ਇਹ ਲੱਗਦਾ ਦੋਨਾਂ ਦਾ ਇੱਕੋ ਇੱਕ ਹੈ ਕਿ ਅਲਟੀਮੇਟ ਏਮ ਉਸ ਪਰਮਾਤਮਾ ਦੇ ਨਾਲ ਹੈ। ਉਹ ਪਰਮਾਤਮਾ, ਉਹਦਾ ਰੂਪ ਕੀ ਹੈ, ਉਹਦੇ ਲਫ਼ਜ਼ ਕਿਹੜੇ ਹੈ? ਉਹਨਾਂ ਨੇ ਕਿਹਾ ਕਹੋ ਨਾਨਕ ਗੁਰ ਖੋਏ ਪਰਮ, ਏਕੋ ਅੱਲੋ ਪਾਰ ਬ੍ਰਹਮ। ਉਹਨੂੰ ਨਾਂ ਜਿਹੜਾ ਮਰਜ਼ੀ ਦੇ ਲਓ ਜੀ। ਥੈਂਕ ਯੂ। Thank you very much. Really appreciate it. Very good explanation. ਥੈਂਕ ਯੂ ਸਰ। Thank you very much, Sani Saab. Dr. Pashora Singh ji. Yes. Lamba Saab, thank you so much. ਥੈਂਕ ਯੂ ਡਾਕਟਰ ਸਾਹਿਬ। ਕੀ ਹਾਲ ਹੈ ਡਾਕਟਰ ਸਾਹਿਬ? ਠੀਕ ਹੈ? ਬਿਲਕੁਲ ਠੀਕ ਹੈ। ਹਾਂਜੀ ਤੁਸੀਂ ਪਹਿਲਾਂ ਰੈਫਰੈਂਸ ਦਿੱਤਾ ਸੀ ਗੁਰੂ ਅਰਜਨ ਸਾਹਿਬ ਦੀ ਬਾਣੀ ਦਾ ਜੀ। ਪ੍ਰਥਮੇ ਮਤਾਜ ਹਾਂਜੀ ਪਤਰੀ ਚਲਾਓ, ਦੂਜੇ ਜੀ। ਮਤਾ ਦੋਏ ਮਨੁੱਖ ਪਹੁੰਚਾਓ। ਹਾਂ ਦੋਏ ਮਾਨ। ਮੈਂ ਇਸ ਦੀ ਜਿਹੜੀ ਅੰਡਰਸਟੈਂਡ ਕਰਦਾ ਇਸ ਨੂੰ, ਇਹ ਜਦੋਂ ਸੁਲੀ ਖਾਨ ਨੇ ਜੀ ਗੁਰੂ ਅਰਜਨ ਸਾਹਿਬ ਤੇ ਹਮਲਾ ਕਰਨ ਵਾਸਤੇ ਆ ਰਿਹਾ ਸੀ, ਜੀ ਉਸ ਵੇਲੇ ਦੀ ਡਿਸਕਸ਼ਨ ਸੀ ਗੁਰੂ ਅਰਜਨ ਸਾਹਿਬ ਦੇ ਨਾਲ, ਸਿੱਖਾਂ ਦੇ ਨਾਲ ਗੱਲਬਾਤ ਇਹ ਸ਼ਬਦ ਦੇ ਵਿੱਚ ਪ੍ਰਗਟ ਹੁੰਦੀ ਹੈ। ਠੀਕ ਹੈ। ਤੇ ਜਦੋਂ ਗੁਰੂ ਅਰਜਨ ਸਾਹਿਬ ਨੂੰ ਸ਼ਹਾਦਤ ਵੇਲੇ, ਉਸ ਵੇਲੇ ਇੰਨਾ ਟਾਈਮ ਨਹੀਂ ਸੀਗਾ ਕਿ ਉਸ ਵੇਲੇ ਇਹ ਡਿਸਕਸ਼ਨਸ ਵਗੈਰਾ ਹੁੰਦੀਆਂ, ਉਸ ਤਾਂ ਸਿੱਧਾ ਹੀ ਸੀ, ਉਹ ਕਹਿੰਦੇ ਵੀ ਤੁਹਾਨੂੰ ਲੈਣਾ ਹੈ। ਤੇ ਉਸ ਵੇਲੇ ਦੀ ਜਿਹੜੀ ਗੱਲਬਾਤ ਆ ਉਹ ਹੋਰ ਹੈ ਜੀ। ਉਹ ਬਾਬਾ ਬੁੱਢਾ ਤੇ ਭਾਈ ਗੁਰਦਾਸ ਦੇ ਨਾਲ ਹੋਈ ਹੈ। ਅੱਛਾ। ਹਾਂਜੀ, ਤੁਸੀਂ ਦੁਆਬੇ 'ਚ ਕਰਨਾ ਟਿਕਾਣਾ, ਗੁਰੂ ਹਰਗੋਬਿੰਦ ਸਾਹਿਬ ਨੂੰ ਦੁਆਬੇ 'ਚ ਲੈ ਗਏ ਸੀਗੇ। ਅੱਛਾ ਜੀ। ਸਾਡਾ ਲੱਗਣਾ ਐਸੀ ਸੰਸਾ ਨਹੀਂ ਕੋਈ, ਰਜ਼ਾਏ ਖੁਦਾ ਦੀ ਇਸ ਤਰ੍ਹਾਂ ਹੋਈ, ਅਸੀਂ ਜਾਣਾ ਤੁਰਕਾਂ ਨੇ ਕਰਨੀ ਹੈ ਹੁਜਤ। ਸੋ ਉਹ ਉਸ ਵੇਲੇ ਦੀ ਜਿਹੜੀ ਹੈਗੀ ਆ ਗੱਲ ਹੋਰ ਹੈ। ਠੀਕ ਹੈ। ਮਤਲਬ ਮੈਂ ਇਹ ਵਿਸ਼ਵਾਸ ਰੱਖਦਾ ਕਿ ਗੁਰਬਾਣੀ ਦੀਆਂ ਮਲਟੀਪਲ ਇੰਟਰਪ੍ਰੀਟੇਸ਼ਨਸ ਹੁੰਦੀਆਂ ਨੇ। ਜੀ ਜੀ ਜੀ। ਹਰ ਇੱਕ ਜਿਹੜਾ ਸਿੱਖ ਹੈ ਆਪਣੀ ਅਵਸਥਾ ਦੇ ਨਾਲ, ਆਪਣੇ ਜਿਸ ਤਰ੍ਹਾਂ ਵੀ ਉਹਦੇ ਸਮੇਂ ਦੇ ਵਿੱਚ ਉਸ ਦੀ ਮਨ ਦੀ ਹਾਲਤ ਹੁੰਦੀ ਹੈ, ਉਹ ਗੁਰਬਾਣੀ ਨੂੰ ਸਮਝਦਾ। ਜੀ ਜੀ। ਸੋ ਮੈਂ ਤੁਹਾਨੂੰ ਇਹ ਸਵਾਲ ਨਹੀਂ ਪੁੱਛਦਾ, ਮਤਲਬ ਤੁਹਾਡੇ ਮਨ ਦੇ ਵਿੱਚ ਕਿਉਂ ਖਿਆਲ ਆਇਆ ਕਿ ਇਹ ਗੱਲ ਗੁਰੂ ਅਰਜਨ ਸਾਹਿਬ ਨੇ ਉਸ ਵੇਲੇ ਕਹੀ? ਕਿਉਂਕਿ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੇ ਕਿਹਾ ਕਿ ਤੁਰਕਾਂ ਨੇ ਜ਼ਿਆਦਤੀ ਕਰਨੀ, ਉਹਨਾਂ ਨੇ ਉਹ ਕਰਨਾ ਹੈ, ਸੀਸ ਲੱਗਣਾ। ਸੋ ਉਹਦੀ ਭਾਵਨਾ ਵੀ ਉਹੀ ਹੈ ਕਿ ਸਾਰਾ ਕੁਝ ਅਕਾਲ ਪੁਰਖ ਦੇ ਉੱਤੇ, ਵਾਹਿਗੁਰੂ ਦੇ ਉੱਤੇ ਛੱਡ ਕੇ ਜਿਹੜਾ ਹੈ ਜਾਣਾ। ਮੈਸੇਜ ਉਹੀ ਹੈ। ਜਿਵੇਂ ਅੱਜ ਗੁਰੂ ਤੇਗ ਬਹਾਦਰ ਜੀ ਦੀ ਕਰਦੇ ਹਾਂ ਅਸੀਂ ਜਪਜੀ ਸਾਹਿਬ ਦੇ ਮੂਲ ਮੰਤਰ ਦੇ ਹਵਾਲੇ ਦੇ ਰਹੇ ਹਾਂ, ਹਾਲਾਂ ਪਹਿਲੇ ਕਹੇ ਗਏ ਹੈ, ਪਰ ਉਹ ਗੁਰਬਾਣੀ ਜਿਹੜੀ ਹੈ ਉਹ ਸਦੀਵੀ ਹੈਗੀ ਹੈ। ਸੋ ਉਹੀ ਸੁਨੇਹਾ ਜਿਹੜਾ ਤੁਸੀਂ ਦੱਸ ਰਹੇ ਹੋ, ਸ਼ਬਦਾਵਲੀ ਬਦਲ ਜਾਂਦੀ ਹੈਗੀ ਹੈ, ਪਰ ਉਹ ਸੁਨੇਹਾ ਉਹੀ ਜਾਂਦਾ ਹੈ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਇੱਕ ਤੁਹਾਡੀ ਬੜੀ ਮੈਂ ਲਾਈਕ ਕੀਤੀ ਹੈ ਜਿਹੜੀ ਗੱਲ, ਕਿ ਤਿਲਕ ਤੇ ਜਨੇਊ ਦੀ ਰੱਖਿਆ ਤਾਂ ਕੀਤੀ ਹੈ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ। ਗੁਰੂ ਕਲਗੀਧਰ ਪਾਤਸ਼ਾਹ ਦਾ ਆਪਣਾ ਫਰਮਾਨ ਹੈ। ਪਰ ਉਹ ਜਿਹੜੀ ਸ਼ਹਾਦਤ ਦੇ ਬਾਰੇ ਕਹਿੰਦੇ ਨੇ, ਉਹ ਕਹਿੰਦੇ ਨੇ ਸਾਧਨ ਹੇਤ ਇਤੀ ਜਨ ਕਰੀ, ਧਰਮ ਹੇਤ ਸਾਕਾ ਜਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਕਿ ਸ਼ਹਾਦਤ ਦਾ ਜਿਹੜਾ ਸਾਕਾ ਹੈਗਾ, ਇਹ ਧਰਮ ਦੇ ਵਾਸਤੇ, ਉਹਦੀ ਰੱਖਿਆ ਵਾਸਤੇ ਜਿਹੜੇ ਅਸੂਲ ਨੇ ਬਰਾਬਰਤਾ ਦੇ ਜਾਂ ਸੱਚ ਦੇ, ਇਨਸਾਫ ਦੇ, ਉਹ ਧਰਮ ਨੂੰ ਐਸਟੈਬਲਿਸ਼ ਕਰਨ ਵਾਸਤੇ ਉਹਨਾਂ ਨੇ ਸਾਕਾ ਕੀਤਾ ਜੀ ਜੀ। ਫਿਰ ਸੀਸ ਦਿਆ ਪਰ ਸਿਰ ਨਾ ਦਿਆ। ਹਾਂਜੀ। ਔਰ ਉਹਦਾ ਸਬ ਕਲਾਸ ਇਹ ਆ ਕਿ ਤਿਲਕ ਜੰਜੂ ਰਾਖਾ ਪ੍ਰਾਪਤ, ਉਹਦੇ 'ਚ ਉਹਨਾਂ ਦੀ ਜਨੇਊ ਤੇ ਰੱਖਿਆ ਜੀ ਹੋ ਹੀ ਗਈ ਹੈ। ਹਾਂਜੀ। ਤੁਸੀਂ ਬੜਾ ਸੋਹਣਾ ਐਗਜ਼ਾਮਪਲ ਦਿੱਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ 9 ਸਾਲ ਦੀ ਉਮਰ ਦੇ ਵਿੱਚ ਜਨੇਊ ਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ, ਤੇ ਉਸੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਨੇ 9 ਸਾਲ ਦੀ ਉਮਰ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਪਿਤਾ ਜੀ ਜਾਓ, ਇਹਨਾਂ ਦੀ ਰੱਖਿਆ ਕਰੋ, ਕਿ ਅਸੀਂ ਜਨੇਊ ਨੂੰ ਲੈਣ ਨਹੀਂ ਦੇਣਾ। ਮਤਲਬ ਉਹਨਾਂ ਦੀ ਰੱਖਿਆ ਤਾਂ ਕੀਤੀ ਹੈ, ਪਰ ਜਿਹੜਾ ਸਾਕਾ ਹੈ ਇਹਦੀ ਮਹਾਨਤਾ ਬਹੁਤ ਵੱਡੀ ਹੈ। ਉਹਦੀ ਮਹਾਨਤਾ ਵੱਡੀ ਹੋਣ ਦਾ ਕਾਰਨ ਇਹ ਹੈ ਕਿ
ਜਿਸ ਤਰ੍ਹਾਂ ਰਵਿੰਦਰ ਸਿੰਘ ਨੇ ਬੜੀ ਸੋਹਣੀ ਗੱਲ ਕਵੀ ਸੈਨਾਪਤੀ ਦੀ ਕੀਤੀ ਸੀ, ਜੀ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਸ੍ਰਿਸ਼ਟ ਪੈ ਢਾਕੀ ਟਾਪੀ ਚਾਦਰ। ਚਾਦਰ। ਜੀ ਜੀ ਆਮ ਤੌਰ ਤੇ ਅਸੀਂ ਕਹਿੰਦੇ ਹਿੰਦੀ ਚਾਦਰ, ਗੁਰੂ ਤੇਗ ਬਹਾਦਰ ਹਿੰਦੀ ਚਾਦਰ, ਪਰ ਜਿਹੜੇ ਕੰਟੈਂਪਰੇਰੀ ਨੇ, ਕਵੀ ਸੈਨਾਪਤੀ ਗੁਰੂ ਕਲਗੀਧਰ ਪਾਤਸ਼ਾਹ ਦੇ ਹਜ਼ੂਰੀ ਦੇ ਵਿੱਚ ਰਹਿਣ ਵਾਲਾ, ਜੀ ਉਹ ਬੜਾ ਕਲੋਜ਼ ਹੈ ਉਸ ਇਵੈਂਟ ਦੇ, ਹਾਂਜੀ ਪਰ ਉਹਨਾਂ ਨੂੰ ਸਾਰਾ ਪਤਾ ਕਿ ਕੀ ਹੋਇਆ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਜਿਹੜੀ ਉਹ ਸ਼ਹਾਦਤ ਦਾ ਜ਼ਿਕਰ ਕੀਤਾ, ਕਮਾਲ ਕਰ ਦਿੱਤੀ। ਪਰ ਜਦੋਂ ਗੁਰੂ ਅਰਜਨ ਪਾਤਸ਼ਾਹ ਦੀ ਗੱਲ ਕਰਦੇ ਨੇ, ਰਾਮਦਾਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਜਬ ਦੇਵ ਲੋਕ ਸਦਾਏ ਹਰਗੋਬਿੰਦ ਤੇ ਥਾਂ ਫਟਾਏ, ਉਹ ਉਹਨਾਂ ਦੀ ਸ਼ਹਾਦਤ ਦੀ ਜ਼ਿਕਰ ਨਹੀਂ ਕਰਦੇ। ਇਹਦਾ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਹੈ? ਨਹੀਂ, ਮੈਂ ਗੁਰਬਾਣੀ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਾਂਗਾ। ਕਿਉਂ ਨਹੀਂ ਕੀਤਾ ਇਹ ਗੁਰੂ ਜਾਣਦਾ। ਬਾਕੀ ਹੈਗਾ ਹਾਂ, ਮੈਂ ਟੂ ਬੀ ਆਨੈਸਟ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ। ਉਹ ਸਕਾਲਰਸ ਵਾਸਤੇ ਹੈਗਾ, ਮੇਰੇ ਵਾਸਤੇ ਨਹੀਂ ਹੈਗਾ। ਬਾਕੀ ਰਹਿ ਗਈ ਗੱਲ, ਕਿਧਰੇ ਕਈ ਵਾਰੀ ਬੜਾ ਛੋਟਾ ਜਿਹਾ ਇਨਸੀਡੈਂਟ ਹੁੰਦਾ ਹੈ। ਮੈਂ ਇੱਕ ਛੋਟੀ ਜਿਹੀ ਗੱਲ ਲੈ ਰਿਹਾ, ਜਿਵੇਂ ਕਸੂਰ ਦੇ ਬ੍ਰਾਹਮਣ ਦੀ, ਉਸਨੇ ਕਿਹਾ ਕਿ ਮੇਰੀ ਵੋਟੀ ਨੂੰ ਫੜ ਕੇ ਲੈ ਗਏ ਹੈ, ਉਹਨੂੰ ਛੁਡਾਉਣ ਲਈ ਬੜੀਆਂ ਸ਼ਹਾਦਤਾਂ ਹੋਈਆਂ, ਕਾਫੀ ਉਹਦੇ ਚ ਇਤਿਹਾਸ ਵਿੱਚ ਆਉਂਦਾ ਹੈ, ਜ਼ਿਕਰ ਆਉਂਦਾ ਹੈ। ਛੋਟੀ ਛੋਟੀ ਚੀਜ਼ ਪਿੱਛੇ ਸਿੱਖਾਂ ਨੇ ਕਈ ਵਾਰ ਵੱਡੀਆਂ ਕੁਰਬਾਨੀਆਂ ਦੇ ਦਿੱਤੀਆਂ। ਗੱਲ ਗੁਰੂ ਹਰਗੋਬਿੰਦ ਸਾਹਿਬ ਕੋਲ ਬਾਜ਼ ਦੀ ਗੱਲ ਸੀ, ਪਰ ਉਹ ਬਾਜ਼ ਦੀ ਖਾਤਰ ਨੂੰ ਕਹਿਣਾ ਕਿ ਬਾਜ਼ ਦੀ ਖਾਤਰ ਸਾਰਾ ਕੁਝ ਹੋ ਗਿਆ। ਸਵਾਲ ਇਹ ਹੈ ਕਿ ਜਿਹੜਾ ਜੈਨੇਸਿਸ ਹੈ, ਜਿਹੜਾ ਪੁਆਇੰਟ ਸ਼ੁਰੂ ਹੋ ਰਿਹਾ, ਉਹਦੇ ਪਿੱਛੇ ਇਹ ਹੈ ਕਿ ਇਕੁਐਲਿਟੀ ਹੈ, ਉਹਨਾਂ ਦਾ ਰਾਈਟ ਹੈ। ਹੁਣ ਅਗਲੇ ਦਾ ਅਧਿਕਾਰ ਹੈ, ਰਾਈਟ ਹੈ, ਫੰਡਾਮੈਂਟਲ ਰਾਈਟ ਹੈ, ਉਸ ਨੂੰ ਕਾਇਮ ਰੱਖਣ ਲਈ ਮੈਂ ਇੱਕ ਛੋਟਾ ਜਿਹਾ, ਬਾਹਰ ਨਾ ਜਾਵਾਂ, ਇੱਕ ਕੇਸ ਬੇਟੇ ਦਾ ਹੋ ਗਿਆ, ਕਿਰਪਾਨ ਦਾ ਕੇਸ ਸੀ ਡੈਨਮਾਰਕ ਦੇ ਵਿੱਚ। ਉਸ ਨੂੰ ਉਹਨਾਂ ਨੇ ਕਿਰਪਾਨ ਪਾਉਣ ਤੋਂ ਇਨਕਾਰ ਕਰ ਦਿੱਤਾ, ਰੋਕ ਲਿਆ ਉਹਨੂੰ, ਕੈਦ ਦੀ ਸਜ਼ਾ ਵੀ ਹੋ ਗਈ ਡੈਨਮਾਰਕ ਗਵਰਨਮੈਂਟ ਵੱਲੋਂ। ਔਰ ਉਸ ਦੇ ਬਾਅਦ ਜਿਹੜਾ ਸੀਗਾ ਕਿ ਹੁਣ ਉਹਨਾਂ ਨੇ ਸਜ਼ਾ ਵੀ ਦੇ ਦਿੱਤੀ, ਸੁਪਰੀਮ ਕੋਰਟ ਚੋਂ ਕਨਫਰਮ ਵੀ ਹੋਈ, ਉਹ ਖੈਰ ਉਹਨਾਂ ਨੇ ਜਿਹੜੀ ਸਜ਼ਾ ਜਿਹੜੀ ਹੈ ਉਹ ਮਾਫ ਕੀਤੀ ਤੇ ਕਿਰਪਾਨ ਕਨਫਿਸਕੇਟ ਕਰ ਲਈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀਆਂ ਉੱਥੇ ਦੀਆਂ ਲੈਫਟਿਸਟ ਕਮਿਊਨਿਜ਼ਮ ਉਹ ਜਿਹੜੀਆਂ ਹੈਗੀਆਂ, ਉਹ ਪਾਰਟੀਆਂ ਹੈਗੀਆਂ, ਉਹਨਾਂ ਨੇ ਇਹਦੇ ਸਪੋਰਟ ਕੀਤੀ। ਹਾਲਾਂ ਉਹਨਾਂ ਦਾ ਕਿਰਪਾਨ ਨਾਲ ਕੋਈ ਤਾਲੁਕ ਨਹੀਂ, ਧਾਰਮਿਕ ਕੋਈ ਨਹੀਂ। ਉਹ ਕਹਿੰਦੇ ਪ੍ਰਿੰਸੀਪਲ ਹੈਗਾ, ਇਹਦਾ ਰਾਈਟ ਹੈ, ਇਹਦਾ ਕਿਰਪਾਨ ਰੱਖਣਾ ਇਹਦਾ ਧਾਰਮਿਕ ਅਧਿਕਾਰ ਹੈ। ਅਗਰ ਇੱਕ ਨਾਸਤਕ ਦਾ ਵੀ ਕੋਈ ਅਧਿਕਾਰ ਹੈ, ਸਿੱਖ ਉਹਦੀ ਵੀ ਰਾਖੀ ਕਰੇਗਾ। ਇਹ ਪ੍ਰਿੰਸੀਪਲ ਹੈ। ਸੋ ਜਿਹੜਾ ਜਨਰੇਟ ਹੋਇਆ ਜਿਹੜੀ ਚੀਜ਼, ਔਰ ਉਹਦੇ ਬਾਅਦ ਇੰਟਰਸਟਿੰਗਲੀ ਡੈਨਿਸ਼ ਗਵਰਨਮੈਂਟ ਨੇ, ਡੈਨਮਾਰਕ ਗਵਰਨਮੈਂਟ ਨੇ ਇਹਨੂੰ ਪੇਮੈਂਟ ਕੀਤੀਆਂ ਕਿ ਤੂੰ ਸਕੂਲਾਂ ਵਿੱਚ ਜਾ ਕੇ ਸਮਝਾ ਕਿ ਤੂੰ ਕਿਰਪਾਨ ਕਿਉਂ ਰੱਖੀ ਹੈ ਤੇ ਦਸਤਾਰ ਕਿਉਂ ਸਜਾਉਂਦਾ। ਹਾਲਾਂ ਉਹਨਾਂ ਦਾ ਕੋਈ ਲੈਣਾ ਨਹੀਂ। ਸੋ ਮੇਰਾ ਖਿਆਲ ਹੈ ਜੇ ਅਸੀਂ ਥੋੜਾ ਜਿਹਾ ਆਪਣੇ ਲੈਵਲ ਨੂੰ ਉੱਚਾ ਕਰੀਏ, ਫਿਰ ਉਹ ਪ੍ਰਿੰਸੀਪਲ ਸਮਝ ਆ ਜਾਂਦਾ। ਉਹ ਤਿਲਕ ਜੰਜੂ ਦੀ ਖਾਤਰ ਕੁਰਬਾਨੀ ਦੇਣੀ, ਤਿਲਕ ਜੰਜੂ ਕੋਈ ਮੈਨੇ ਨਹੀਂ ਸੀ ਰੱਖਦਾ। ਮੇਨ ਸੀਗਾ ਉਹਨਾਂ ਦਾ ਧਾਰਮਿਕ ਅਧਿਕਾਰ ਸੀਗਾ, ਧਾਰਮਿਕ ਹੱਕ ਸੀਗਾ, ਬਰਾਬਰੀ ਸੀ। ਜਿਹੜਾ ਉਹਦੇ ਪਿੱਛੇ ਉਹਦੀ ਭਾਵਨਾ ਸੀ ਔਰੰਗਜ਼ੇਬ ਦੀ ਕਿ ਇਹ ਰਾਸ਼ਟਰੀ ਏਕਤਾ ਬਣਾਉਣੀ ਹੈ, ਉਹਨੂੰ ਬੜਾ ਵੱਡਾ ਚੈਲੰਜ ਸੀਗਾ। ਇਸ ਕਰਕੇ ਉਹ ਕੁਰਬਾਨੀ ਜਿਹੜੀ ਹੈ, ਉਹਦਾ ਸ਼ੁਰੂਆਤ ਉਸ ਇਗਨਾਈਟਿੰਗ ਪੁਆਇੰਟ ਜਿਹੜਾ ਹੈਗਾ ਉਹ ਤਿਲਕ ਔਰ ਜੰਜੂ ਹੀ ਸੀਗਾ। ਪਰ ਉਸਨੇ ਇੱਕ ਕਿਸਮ ਦੀ ਬੜੀ ਵੱਡੀ ਬਗਾਵਤ ਸਮਝਿਆ ਗਿਆ, ਤਾਂ ਕਰਕੇ ਔਰੰਗਜ਼ੇਬ ਨੇ ਐਡਾ ਵੱਡਾ ਕਦਮ ਚੁੱਕਿਆ। Thank you, Lamba Saab. I have another question in the chat. ਥੋੜਾ ਬਹੁਤ related ਹੈ ਜਿਹੜਾ ਤੁਸੀਂ ਮਤਲਬ ਹੁਣੇ question ਸਵਾਲ ਕੀਤਾ ਗਿਆ ਤੇ ਤੁਹਾਡਾ response ਜਿਹੜਾ ਸੀ, I'm going to read it out from Sardar Yashpal Singh Bands. So his question is, after 400 years after Guru Tegh Bahadur, where is the Sikhi and Sikhs today? What is the hope for the youth and Sikh nation today who are confused between the Guru Granth Sahib and the Dasam Granth and various sects which have been created? ਦੇਖੋ ਇਸ ਤਰ੍ਹਾਂ ਹੈਗਾ, ਇਹਦਾ ਨਾ ਹੱਲ ਬੜਾ ਸਿੰਪਲ ਹੈ, ਬਹੁਤ ਸਿੰਪਲ ਹੱਲ ਹੈਗਾ। ਜਿਹੜੀ ਕਲੈਕਟਿਵ ਵਿਜ਼ਡਮ ਇਜ਼ ਆਲਵੇਜ਼ ਬੈਟਰ ਦੈਨ ਦੀ ਇੰਡੀਵਿਜੂਅਲ ਵਿਜ਼ਡਮ। ਬੜਾ ਸਿੰਪਲ ਹੈ। ਮੈਂ ਬੈਠ ਕੇ ਕੋਈ ਫੈਸਲਾ ਕਰ ਲਵਾਂ, ਤੁਸੀਂ ਕਰ ਲਵੋ, ਇੰਗਲੈਂਡ ਵਾਲੇ ਹੋਰ ਕਰ ਲੈਣ, ਅਮਰੀਕਾ ਵਾਲੇ ਹੋਰ ਕਰ ਲੈਣ। ਜਦੋਂ ਸਾਰਾ ਥੋੜੀ ਜੀ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਜਦੋਂ ਨਾਰਮਲ ਥੋੜੀ ਸਿਚੁਏਸ਼ਨ ਹੋਈ, ਗੁਰਦੁਆਰੇ ਮਹੰਤਾਂ ਕੋਲੋਂ ਆਜ਼ਾਦ ਹੋ ਗਏ, ਸਭ ਕੁਝ ਹੋ ਗਿਆ, ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬਾਡੀ ਸੀ, ਉਹਦਾ ਕੰਮ ਸੀਗਾ ਗੁਰਦੁਆਰਿਆਂ ਦੀ ਮੈਨੇਜਮੈਂਟ ਕਰਨੀ, ਪ੍ਰਬੰਧ ਕਰਨਾ। ਇਸ ਕਰਕੇ ਗੁਰਦੁਆਰਾ ਐਕਟ ਦੇ ਵਿੱਚ ਲਿਖਿਆ ਵੀ ਹੋਇਆ ਪ੍ਰੀਐਂਬਲ ਦੇ ਵਿੱਚ, ਦਿਸ ਐਕਟ ਇਜ਼ ਫॉर ਦੀ ਬੈਟਰ ਮੈਨੇਜਮੈਂਟ ਆਫ ਦੀ ਗੁਰਦੁਆਰਾਸ। ਇਹਨੇ ਮੈਨੇਜਮੈਂਟ ਕਰਨੀ ਹੈ, ਧਾਰਮਿਕ ਨਹੀਂ ਲਿਖਿਆ। ਹੁਣ ਉਸ ਦੇ ਵਿੱਚ ਕੀ ਸੀਗਾ
ਕਿ ਜਿੰਨੇ ਹਰਮੰਦਰ ਸਾਹਿਬ ਦੇ ਨਜ਼ਦੀਕ ਗੁਰਦੁਆਰੇ ਸੀ, ਬਹੁਤ ਸੀਗੇ, ਮਹੰਤ ਸੀ, ਛੋਟੇ ਛੋਟੇ ਬੜੇ ਇਤਿਹਾਸਕ ਹੈ, ਹਰ ਇੱਕ ਦੀ ਮਰਿਆਦਾ ਵੱਖਰੀ, ਹਰ ਇੱਕ ਦਾ ਪ੍ਰਸ਼ਾਦ ਵੱਖਰਾ, ਹਰ ਇੱਕ ਦੀਆਂ ਚੀਜ਼ਾਂ ਵੱਖਰੀਆਂ, ਕਿਸੇ ਦਾ ਕੁਝ ਹੋ ਰਿਹਾ, ਕਿਸੇ ਦੀ ਅਰਦਾਸ ਕੁਝ ਹੈ। ਇੱਕ ਬੜਾ ਵੱਡਾ ਸਟੈਪ ਲਿਆ। ਪਹਿਲਾ ਜਿਹੜਾ ਰੈਜ਼ੋਲੂਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਸ ਕੀਤਾ, ਉਹਦੇ ਵਿੱਚ ਇਹ ਬਹੁਤ ਸਪਸ਼ਟ ਲਿਖਿਆ, ਉਹਦੇ ਵਿੱਚ ਕਲੀਅਰ ਕੀਤਾ ਕਿ ਪੰਥ ਦੀ ਰਹਿਤਨਾਮੇ ਮੌਜੂਦ ਹੈ, ਬਹੁਤ ਜ਼ਿਆਦਾ ਰਹਿਤਨਾਮੇ ਹੈ, ਪਰ ਉਹਨਾਂ ਸਾਰਿਆਂ ਨੂੰ ਕੰਪਾਈਲ ਕਰਕੇ ਤੇ ਇੱਕ ਅਪਡੇਟ, ਇੱਕ ਵਰਜ਼ਨ ਜਿਹੜਾ ਉਹ ਠੀਕ ਤਰੀਕੇ ਨਾਲ ਕਰਕੇ ਵਿਚਾਰ ਕੀਤੀ ਜਾਏ। ਉਸ ਕੰਮ ਦੇ ਵਿੱਚ ਪਹਿਲੀ ਕਮੇਟੀ ਜਿਹੜੀ ਬਣਾਈ ਗਈ, ਉਹਦੇ ਸ਼੍ਰੋਮਣੀ ਕਮੇਟੀ ਵੱਲੋਂ ਅਹੁਦੇਦਾਰ ਨਹੀਂ ਆਏ, ਜਿੰਨੀਆਂ ਉਸ ਵੇਲੇ ਇੰਟੈਲੈਕਚੁਅਲਸ ਔਰ ਧਾਰਮਿਕ ਔਰ ਦੂਜੀਆਂ ਸੰਸਥਾਵਾਂ ਸਾਰੇ ਉਹਦੇ ਸ਼ਾਮਲ ਹੋਏ ਆਲ ਓਵਰ ਦ ਵਰਲਡ, ਉਹਨਾਂ ਨੇ ਮਿਲ ਕੇ 1945 ਤਕਰੀਬਨ 20 ਸਾਲ ਲੱਗੇ ਹੈ, ਉਹਨਾਂ ਨੇ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ। ਔਰ ਉਹ ਜਿਹੜੀ ਹੈ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੰਦੀ ਹੈ। ਤੇ ਇਸ ਕਰਕੇ ਮੈਂ ਜ਼ਰੂਰ ਰਿਕੁਐਸਟ ਕਰਾਂਗਾ ਕਿ ਉਹ ਕਲੈਕਟਿਵ ਵਿਜ਼ਡਮ ਹੈਗੀ ਹੈ। ਇਹਦੇ ਬਾਅਦ ਮੈਂ ਕੋਈ ਜੋ ਮਰਜ਼ੀ ਕਹਿੰਦਾ ਰਵਾਂ, ਤੇ ਜੇ ਕੋਈ ਕਹਿੰਦਾ ਕਿ ਮੈਂ ਉਹ ਰਹਿਤ ਮਰਿਆਦਾ ਨਹੀਂ ਮੰਨਦਾ, ਨਾ ਮੰਨੇ, ਫਿਰ ਤਾਂ ਉਹ ਨਾਮਤਾਰੀ ਵੀ ਨਹੀਂ ਮੰਨਦੇ, ਡੇਰਾ ਸਿਰਸਾ ਵਾਲੇ ਵੀ ਨਹੀਂ ਮੰਨਦੇ, ਹੋਰ ਬੜੇ ਰਾਧਾ ਸਵਾਮੀ ਨਹੀਂ ਮੰਨਦੇ, ਜਿੰਨੇ ਮਰਜ਼ੀ ਹੈਗੇ ਆ ਉਹ ਉਸੇ ਤਰ੍ਹਾਂ ਹੀ ਆਪਣੇ ਆਪਣੇ ਜੋ ਮਰਜ਼ੀ ਕਰੀ ਜਾਣ। ਪਰ ਜੇ ਪੰਥ ਦੀ ਮਰਿਆਦਾ ਜਿਹੜੀ ਪੰਥ ਨੇ ਮਿਲ ਕੇ ਤਿਆਰ ਕੀਤੀ ਹੈ, ਪੰਜਾਂ ਤਖਤਾਂ ਦੇ, ਅਕਾਲ ਤਖਤ, ਹਰਮੰਦਰ ਸਾਹਿਬ ਦੇ, ਹਰ ਗੁਰਦੁਆਰੇ ਦੀ, ਉਹ ਅਪਰੂਵਡ ਹੈਗੀ ਹੈ, ਉਹਨੂੰ ਤੁਸੀਂ ਜ਼ਰੂਰ ਕਾਪੀ ਲੈ ਲਓ। ਉਹਦੇ ਬਾਅਦ ਕੋਈ ਡਾਊਟ ਹੈ, ਕੁਛ ਹੈ, ਉਹਦੇ ਤੇ ਅਗਰ ਤੁਸੀਂ ਚਾਹੋ ਕਿਸੇ ਵੇਲੇ ਫਿਰ ਅਸੀਂ ਡਿਟੇਲ ਹੀ ਡਿਸਕਸ ਕਰ ਸਕਦੇ ਹਾਂ। Thank you so much. Thank you. I don't see another question, so maybe I will invite as जी, we मेरा have a lot of scholars here. Yes, you want to ask follow up? Yashpal? हरजीत सिंह, मैं जसपाल सिंह बोल रहा। मेरा क्वेश्चन जरा सी, I think it didn't get addressed, but what I would like to know, and it's I think the question is, I also organize webinars and I try to get the youth included in those. Here today, we are 30 some people and we do not have a single youth. Is there something wrong with Sikh community about its approach? I mean, we know Rath Maryada, everybody knows, but there has to be a system in place. We, the seniors, we have to guide the youth. They are our Sikh nation. And the question, my question was pretty loaded. We have, Dasam Granth, and we have SGGS, and we have different sects. Gurdware, England de vich bhi bane hoye ne, koi, Jattan da hai, koi Khatriyan da hai, koi, Ravidasiyan da hai. But, where there has to be, now we are in the free country. We are not in India, I call it land of corruptions, which is, everybody knows, doesn't have to say. But what do we need to do here for our youth? Because these youth, they have everything in their life. They're successful professionals. The thing which they do not have, which is I think it's what should I say? It's an indictment of us seniors. And the fact that we don't have a single youth in this webinar, wonderful ideas and, tribute to Guru Tegh Bahadur Sahib, but if we don't send it to our youth, then this is going to be lost. And we just cannot say that Rahat Maryada is there, we just have to go take it. Thank you. So I think we may not have time. So maybe I would like to ask the other scholars as well on this panel, on this webinar today, if anybody would like to respond in addition to Mr. Lama's response. Hanji, Harinder ji, you had something to say? No, all I wanted to say was that what Sardar Yashpal Singh Bains has said, and his mission is fantastic, which is our future is our youth. Therefore, it is extremely important, although this issue will be discussed in another webinar. Today's webinar was about Guru Tegh Bahadur's life. We will discuss this issue in detail, what we can do to involve our youngsters. Yashpal Singh Bains is doing a wonderful job.
by inviting youngsters and inviting young speakers to connect with them. And we will be extremely happy to help him, because that is the mission which is the most important. You know, we can be all scholars, and not me, but others, and we can do a lot of good money. But if our youngsters are not connected with it, we will lose it. So it's a great mission, but we will have discussion on that in a separate meeting. Yeah. Thank you, Harinder. So, I mean, I would just maybe give 2 minutes if, you know, we have so many other scholars in today's webinar. If anybody would like to respond to that call, and how do we get our youth involved, you know, and we will, of course, like you said, we will talk about this in more detail in the coming webinars. Hanji, yes, go ahead, Mr. Khan. अभी मैंने सुनिया है कि साडे यूथ नूं किस तरह इन्वॉल्व किया जाए। मैं काफी यंग्स दे नाल गल करदा रहना। अजकल सिचुएशन ये है कि किसी भी धर्म दे यूथ किसी धर्म नूं मनदे नहीं है, इस नूं स्वीकार कर लेना चाहिए है। मोस्ट ऑफ देम want to believe in what we call humanism, and माफ करना, मैं अंग्रेजी बोलने की आदत पई हुई है। मैं IIT कानपुर दे विच अंग्रेजी पढ़ाਉਂਦਾ ਰਿਹਾ, मैं माफी चाहांगा। ते मेरा कहने दा मकसद ये है, You are welcome to speak in English. मेरा कहने दा मकसद ये है कि ह्यूमनिज्म, साडा सारा गुरु ग्रंथ साहब ह्यूमनिज्म नाल पढ़िया होया है। गुरु तेग बहादुर जी दी बाणी सारी ह्यूमनिज्म नाल भरी हुई है। इस करके साडे यूथ नूं दस्सण दी जरूरत ये है कि सिखिज्म दे विच ह्यूमनिज्म नूं सब तो ज्यादा प्रौढ़ता की गई है। इस करके जिस तरह विचार कर रहे ने कि यूथ नूं इन्वॉल्व किया जाए और सैमीनार होण, मेरे विचार दे विच इस ह्यूमनिज्म नूं जोर देण दी जरूरत है। दूसरी, मैं काफी संस्थावां हैगियां ने जिहड़ा सिੱਖੀ ਦਾ प्रचार करदियां ने। गुरु तेग बहादुर जी दी ह्यूमनिज्म नूं प्रचारण दा जरूरत है कि असीं यूनाइटेड नेशंस दे विच जाके जिन्ने भी अमेरिका या कैनेडा दे विच संस्थावां हैगियां ने प्रयास करन कि यूनाइटेड नेशंस दे विच कोई स्कॉलर जाके इस किस्म दा लैक्चर देवे कि दसे कि साडे सिखिज्म दे विच किन्नियां गल्लां सारियां जो चीज़ां यूनाइटेड नेशंस दे विच ह्यूमनिज्म दे बारे कहियां गईयां ने, साडे गुरु ग्रंथ साहब दे विच इस किस्म दे शब्द मिलदे ने जिहड़े कि उस दी प्रौढ़ता करदे ने। इस करके जरूरत है कि असीं यूनाइटेड नेशंस दे विच आवाज़ उठाइए और प्रचार गुरु तेग बहादुर जी दी बाणी दा प्रचार किया जाए, जिहड़ा कि इस ढंग दे नाल सारी दुनिया दे विच प्रचारित हो सकता है। यह मेरी बेनती है कि जिन्नियां भी ਇਹ ਸਿੱਖ ਸੰਸਥਾਵਾਂ ਹੈਗੀਆਂ ਨੇ ਵਰਲਡ ਦੇ ਵਿੱਚ, ਉਹ ਪ੍ਰयास ਕਰਨ ਇਸ ਗੱਲ ਦਾ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਇਸ ਆਵਾਜ਼ ਨੂੰ ਪਛਾਣਿਆ ਜਾਵੇ, ਦੱਸਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਧੰਨਵਾਦ ਬਹੁਤ ਬਹੁਤ ਤੁਹਾਡਾ ਪ੍ਰੋਫੈਸਰ ਕਾਨ ਸਾਹਿਬ। ਮੈਂ ਸਰ ਇਹਦੇ ਤੇ ਇੱਕ ਲਫ਼ਜ਼ ਕਹਿਣਾ ਚਾਹਾਂਗਾ ਜਿਹੜਾ ਉਹਨਾਂ ਨੇ ਕਿਹਾ ਕਿ ਯੂਥ ਨੂੰ ਕਿੱਦਾਂ, ਮੈਨੂੰ ਯਾਦ ਆਈ ਹੈ ਕਿ ਮੈਂ ਪੜ੍ਹ ਰਿਹਾ ਸੀ ਭਾਈ ਜੋਤ ਸਿੰਘ, ਡਾਕਟਰ ਭਾਈ ਜੋਤ ਸਿੰਘ, ਉਹਨਾਂ ਨੇ ਇੱਕ ਬੜੀ ਸੋਹਣੀ ਲਾਈਨ ਲਿਖੀ ਸੀ, ਬਹੁਤ ਪਿਆਰੀ ਲਾਈਨ ਮੈਨੂੰ ਲੱਗੀ ਹੈ। ਉਹ ਉਹਨਾਂ ਨੂੰ ਪੁੱਛਿਆ ਕਿ ਬੱਚੇ ਨੂੰ ਧਰਮ ਦੀ ਸਿੱਖਿਆ ਕਿਹੜੀ ਉਮਰ 'ਚ ਦੇਣੀ ਚਾਹੀਦੀ ਹੈ, ਕਿਹੜੀ ਉਮਰ ਹੈ ਉਹਦੀ। ਉਹ ਕਹਿੰਦੇ ਬੱਚੇ ਦੇ ਜਨਮ ਤੋਂ 20 ਸਾਲ ਪਹਿਲੇ, ਉਹ ਰਾਈਟ ਏਜ ਹੈ। ਯਾਨੀ ਅੱਜ ਜਿਹੜੇ ਛੋਟੇ ਬੱਚੇ ਹੈ, ਇਹਨਾਂ ਨੂੰ ਜੋ ਕੁਝ ਦਿਓਗੇ ਇਹ ਨੈਕਸਟ ਜਨਰੇਸ਼ਨ ਦੇ ਕੰਮ ਆਣਗੇ। ਮੇਰਾ ਇੱਕ ਦੋਸਤ ਸੀਗਾ ਵਕੀਲ, ਉਹਨੇ ਇੱਕ ਬੜੀ ਸੋਹਣੀ ਗੱਲ ਇੱਕ ਵਾਰ ਕਹੀ ਸੀ, ਬੜੀ ਚੁਭਵੀਂ ਹੈ। वो कहता है बड़ों की हरकतें देखकर कोने में दुबका नन्हा सा बच्चा बड़ा होने से डरता है। मास्टर तारा सिंह कहते हैं सानू एक मूवमेंट शुरू करने की लोड़ है, असी अपने आप नू सिख बना लईए। बस इन्नी गल है, जे असी हो जाइए। गुरु तेग बहादुर जी ने सारे संसार दे धर्म की राखी लई कीती, असी अपने धर्म की राखी कर लईए। धन्यवाद। धन्यवाद प्रोफेसर लांबा साहब एंड धन्यवाद प्रोफेसर कान साहब। So